नमस्कार। लाइव हिंदुस्तान चर्चा च तुहाडा सब दा स्वागत। मैं हाँ जजबीर सिंह। अज दी जिहड़ा लाइव हिंदुस्तान चर्चा का मुख्य विषय श्री अकाल तख्त साहिब के जथेदार ज्ञानी हरप्रीत सिंह के मंगनी समागम के शामिल होने को लैके किया जा रहा है। और अकाली आगू विरसा सिंह वलटोहा वालों जिहड़े ने सवाल खड़े किए गए हैं कि अकाल तख्त के जथेदार वालों इस मंगनी समागम के शामिल होने से उन्होंने मन में जी है वो ठेस पहुंची है, जिसनों लैके हुण पंजाब की सियासत जी है वो पूरी तरह गरमाई हुई है। इसनों लैके अज विशेष जिहड़ा है एक पैनल जिहड़ा अपनी चर्चा दे विच बैठेगा और इस पैनल दे विच साडे नाल जुड़नगे बीजेपी वालों गौरव भंडारी जी साडे नाल जुड़नगे, आम आदमी पार्टी वालों वरुण राणा साडे नाल जुड़ रहे हैं ते नाल दी नाल साडे नाल इंद्रजीत बासर के जिहड़े कि कांग्रेस वालों ने वो साडे नाल जुड़ रहे हैं। खास चर्चा दे विच तुहाडा सब दा स्वागत है। और वरुण राणा जी तुसीं आम आदमी पार्टी तो बिलोंग करदे हो, तां पहला मैं ये करना चाहांगा कि जिस ढंग दे नाल अकाल तख्त साहिब के जथेदार जदों कि मंगनी समागम दे विच राघव मेरे ते अकाली आगू विरसा सिंह वलटोहा वालों ये कह दिता गया है कि इस तरह के नाल अकाल तख्त साहिब के जथेदार नूं मर्यादा का घान नहीं सी करना चाहिए, उन्होंने मन नूं काफी जिहड़ी है ठेस पहुंची है, सवाल खड़े कीते ने, की कहोगे? सर देखो जजबीर जी सब तो वड्डी गल आ कि ਜਿਹੜੇ ਜਥੇਦਾਰ ਸਾਹਿਬ ਆ ਉਹ ਕੋਈ ਅਕਾਲੀ ਦਲ ਦੀ ਜਗੀਰ ਆ। ਸਾਡੀ ਸਰਵਉੱਚ ਧਰਮ ਦੀ ਸਾਡੀ ਸੰਸਥਾ, ਸਾਡੀ ਸ਼੍ਰੋਮਣੀ ਕਮੇਟੀ, ਸਾਡਾ ਅਕਾਲ ਤਖਤ ਸਾਹਿਬ ਉਹਦੇ ਜਥੇਦਾਰ ਸਾਹਿਬ ਦੇ ਉੱਤੇ ਇਦਾਂ ਦੇ ਸਵਾਲ ਉਠਾਉਣਾ ਜਿਹੜਾ ਉਹ ਬੜੀ ਮਾੜੀ ਗੱਲ ਆ। ਦੇਖੋ ਚਾਹੇ ਉਹ ਜਥੇਦਾਰ ਸਾਹਿਬ ਨੇ ਅਕਾਲ ਤਖਤ ਦੇ, ਲੇਕਿਨ ਉਹਨਾਂ ਦੀ ਆਪਣੀ ਪਰਸਨਲ ਕੋਈ ਲਾਈਫ ਆ। ਇੱਕ ਸਮਾਜਿਕ ਸਮਾਰੋਹ, ਇੱਕ ਕਿਸੇ ਦੀ ਸ਼ਾਦੀ 'ਚ ਜਾਣਾ, ਕੀ ਗੱਲ ਉਹ ਵਲਟੋਹਾ ਸਾਹਿਬ ਨੂੰ ਪੁੱਛ ਕੇ ਜਾਣਗੇ? एक छोटी मानसिकता और घटिया मानसिकता जिहड़ी अकाली दल दी आ ਉਹਨੂੰ ਇਹ ਚੀਜ਼ ਜ਼ਾਹਿਰ ਕਰਦੀ ਆ ਕਿ ਆਪਾਂ ਸਵਾਲ ਕਿਹਦੇ ਤੇ ਚੁੱਕ ਰਹੇ ਆ। ਇੱਕ ਪਾਸੇ ਆਪਾਂ ਗੱਲ ਕਰਦੇ ਆ ਕਿ ਸਾਡੀ ਸਰਵਉੱਚ ਸੰਸਥਾ ਸਿੱਖੀ ਦੀ ਸਾਡੀ ਅਕਾਲ ਤਖਤ ਸਾਹਿਬ ਔਰ ਉਹਨਾਂ ਦੇ ਜਥੇਦਾਰ ਸਾਹਿਬ ਦੇ ਉੱਤੇ ਅਸੀਂ ਸਵਾਲ ਚੁੱਕ ਰਹੇ ਹਾਂ ਜੀ। ਉਹ ਮਤਲਬ ਰਾਘਵ ਚੱਡਾ ਕੀ ਗੱਲ ਕੋਈ ਅਫਗਾਨਿਸਤਾਨ ਤੋਂ ਆਇਆ ਜਾਂ ਰਾਘਵ ਚੱਡਾ ਨੇ ਕੋਈ ਬੜਾ ਵੱਡਾ ਜੁਰਮ ਕੀਤਾ ਵਾ? ਬੇਅਦਬੀਆਂ ਤੁਸੀਂ ਲੋਕਾਂ ਨੇ ਕੀਤੀਆਂ, ਤੁਸੀਂ ਲੋਕ ਜਿਹੜੇ ਪੰਥ ਦੇ ਦੋਸ਼ੀ ਹੋ, ਤੇ ਰਾਘਵ ਚੱਡਾ ਕੀ ਗੱਲ ਇੰਨਾ ਮਾੜਾ ਇਨਸਾਨ ਹੋ ਗਿਆ ਕਿ ਉਹਦੀ ਸ਼ਾਦੀ ਤੇ ਨਹੀਂ ਜਾ ਸਕਦੇ? ਸੋ ਵਲਟੋਹਾ ਸਾਹਿਬ ਦਾ ਜਿਹੜਾ ਇਹ ਬਿਆਨ ਆ ਇਹ ਉਹਨਾਂ ਦੀ ਛੋਟੀ ਔਰ ਮਾੜੀ ਸੋਚ ਨੂੰ ਜਿਹੜਾ ਜ਼ਾਹਿਰ ਕਰਦਾ। पर वरुण जी ਜਿਹੜੇ ਨੇ ਵਿਰਸਾ ਸਿੰਘ ਵਲਟੋਹਾ ਉਹ ਇਹ ਕਹਿ ਰਹੇ ਨੇ ਕਿ ਜਿਸ ਢੰਗ ਦੇ ਨਾਲ ਇੱਕ ਮਰਿਆਦਾ ਹੁੰਦੀ ਹੈ ਅਕਾਲ ਤਖਤ ਦੇ ਜਾਣ ਤੇ ਕਿਸੇ ਸਮਾਗਮ ਤੇ ਅਗਰ ਉਹ ਪਹੁੰਚਦੇ ਨੇ ਤੇ ਇੱਕ ਮਰਿਆਦਾ ਨੂੰ ਕਾਇਮ ਰੱਖਣਾ ਹੁੰਦਾ ਹੈ। ਉੱਥੇ ਜਿਹੜਾ ਇੱਕ ਕੀਰਤਨ ਦਰਬਾਰ ਸਜਾਇਆ ਗਿਆ ਜਿਸ ਵਿੱਚ ਸੋਫੇ ਦੇ ਉੱਤੇ ਜਿਹੜਾ ਇਹ ਬਿਠਾਇਆ ਗਿਆ। ਉਹ ਕਹਿੰਦੇ ਨੇ ਕਿ ਇਸ ਗੱਲ ਦੀ ਮੈਨੂੰ ਬੜੀ ਠੇਸ ਪਹੁੰਚੀ ਹੈ ਕਿ ਇਸ ਢੰਗ ਦੇ ਨਾਲ ਮਰਿਆਦਾ ਜਿਹੜੀ ਸੀਗੀ ਉਹ ਉਸ ਦਾ ਘਾਣ ਕੀਤਾ ਗਿਆ। ਉਹਨਾਂ ਦਾ ਸਵਾਲ ਇਹ ਹੈ ਕਿ ਮਰਿਆਦਾ ਦਾ ਘਾਣ ਕੀਤਾ ਗਿਆ। ਇੱਕ ਅਕਾਲ ਤਖਤ ਦੇ ਜਥੇਦਾਰ ਉਸ ਸਮਾਗਮ ਦੇ ਵਿੱਚ ਸ਼ਾਮਿਲ ਹੋਏ ਨੇ, ਜਿਹੜੀ ਕਿ ਨਵੀਂ ਪ੍ਰਥਾ ਕਹਿੰਦੇ ਨੇ ਜਿਹੜੀ ਹੈ ਪਾਈ ਜਾ ਰਹੀ ਸੀ, ਜਿਸ ਢੰਗ ਦੇ ਨਾਲ ਕੀਰਤਨ ਦਰਬਾਰ ਸਜਿਆ ਹੋਵੇ ਤੇ ਇਸ ਢੰਗ ਦੇ ਨਾਲ ਸੋਫਿਆਂ ਦੀ ਵਰਤੋਂ ਕੀਤੀ ਜਾਏ। ਇਸ ਨੂੰ ਲੈ ਕੇ ਉਹ ਸਵਾਲ ਖੜੇ ਕਰ ਰਹੇ ਨੇ। ਸਰ ਦੇਖੋ ਮੈਂ ਵੀ ਸਿੱਖ ਧਰਮ ਨੂੰ ਬਿਲੋਂਗ ਕਰਦਾ। ਇਹ ਜਿਹੜੀ ਮਰਿਆਦਾ ਨੂੰ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੋਵੇ ਉੱਥੇ ਚੀਜ਼ ਜੇ ਹੋਵੇ ਤੇ ਉਹ ਮੰਨੀ ਜਾ ਸਕਦੀ ਹੈ ਕਿ ਇਹ ਜਿਹੜਾ ਮਰਿਆਦਾ ਦਾ ਘਾਣ ਆ। ਲੇਕਿਨ ਜਿਹੜੇ ਸਾਡੇ ਕੀਰਤਨੀਏ ਜਥੇ ਦੇ ਸਾਡੇ ਸਤਿਕਾਰਯੋਗ ਉੱਥੇ ਗਏ ਕੀਰਤਨੀ ਜਥੇ ਤੋਂ, ਉਹਨਾਂ ਨੇ ਇਹ ਗੱਲ ਦੱਸੀ ਆ, ਆਪਣੇ ਬਿਆਨ ਆ ਬਕਾਇਦਾ ਉਹਨਾਂ ਦਾ, ਕਿ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਨਹੀਂ ਸੀਗਾ, ਉੱਥੇ ਸਿਰਫ ਕੀਰਤਨ ਹੋ ਰਿਹਾ ਸੀ ਔਰ ਇਸ ਮੌਕੇ ਦੇ ਉੱਤੇ ਇਸ ਨੂੰ ਘਾਣ ਨਹੀਂ ਮੰਨਿਆ ਜਾਂਦਾ, ਜਿੱਥੋਂ ਤੱਕ ਮੇਰੀ ਸਮਝ ਆ। ਪਰ ਬਾਕੀ ਵਲਟੋਹਾ ਸਾਹਿਬ ਇਹ ਸਵਾਲ ਚੁੱਕਣ ਵਾਲੇ ਕੌਣ ਹੁੰਦੇ ਆ? ਕੀ ਗੱਲ ਉਦੋਂ ਧਰਮ ਨੂੰ ਠੇਸ ਨਹੀਂ ਪਹੁੰਚੀ? ਉਦੋਂ ਪੰਥ ਦੇ ਹਿਰਦੇ ਨਹੀਂ ਦੁਖੇ ਜਦੋਂ 1984 ਚ ਹੱਥ ਖੜੇ ਕਰਕੇ ਇਹ ਦਰਬਾਰ ਸਾਹਿਬ ਤੋਂ ਬਾਹਰ ਆਏ ਸੀ? ਮੇਰੀ ਭਾਵੇਂ ਉਮਰ ਘੱਟ ਆ ਪਰ ਮੈਨੂੰ ਘੱਟੋ ਘੱਟ ਇਹ ਆਪਣੇ ਬਜ਼ੁਰਗਾਂ ਤੋਂ, ਆਪਣੇ ਵੱਡਿਆਂ ਤੋਂ ਸੁਣਨ ਨੂੰ ਮਿਲਿਆ ਕਿ ਜਦੋਂ ਪੰਥ ਨਾਲ ਖੜੇ ਹੋਣ ਦੀ ਜ਼ਰੂਰਤ ਸੀ ਉਦੋਂ ਇਹ ਲੋਕ ਹੱਥ ਖੜੇ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਆ ਗਏ ਸੀ। ਅੱਜ ਇਹਨਾਂ ਨੂੰ ਇਹ ਚੀਜ਼ਾਂ ਮਰਿਆਦਾ ਚੇਤੇ ਆ ਗਈਆਂ। ਇਹ ਸਿਰਫ ਤੇ ਸਿਰਫ ਆਮ ਆਦਮੀ ਪਾਰਟੀ ਦੇ ਨੇਤਾ ਦੀ ਸ਼ਾਦੀ ਸੀ, ਸਿਰਫ ਇਸ ਕਰਕੇ ਮਰਿਆਦਾ ਯਾਦ ਆਈ ਆ। ਜੇ ਇੱਥੇ ਸੁਖਬੀਰ ਬਾਦਲ ਦੇ ਮੁੰਡੇ ਦਾ ਜਨਮ ਦਿਨ ਹੁੰਦਾ ਜਾਂ ਕੋਈ ਅਕਾਲੀ ਦਲ ਦੇ ਕਿਸੇ ਵਰਕਰ ਜਾਂ ਅਕਾਲੀ ਦਲ ਦੇ ਕਿਸੇ ਲੀਡਰ ਦੀ ਸ਼ਾਦੀ ਹੁੰਦੀ, ਉੱਥੇ ਮਰਿਆਦਾ ਨਹੀਂ ਯਾਦ ਆਉਣੀ ਸੀ। ਇਹ ਮਰਿਆਦਾ ਇਸ ਕਰਕੇ ਯਾਦ ਆਈ ਕਿਉਂਕਿ ਉਹ ਵਿਆਹ ਰਾਘਵ ਚੱਡੇ ਦਾ ਸੀਗਾ। वरुण जी की लगता है इस बयान के पीछे आखिरकार की कारण रहे? क्योंकि ये जो बयान है वो सिक्खी भावना को लैके जो दर्शाने की कोशिश की गई कि सिखा के मना ठेस पहुंची और विरसा सिंह वलटोहा ने इस गल का जिक्र किया है कि मैनू बहुत ठेस पहुंची है कि मर्यादा का जो घान की लगता है ये पीछे मकसद की रहा होएगा? सर मकसद यो ही आ कि आम आदमी पार्टी की जदों तो पंजाब च सरकार बनी आ, अकाली दल और कांग्रेस और रवायती पार्टियां इन्हां को बर्दाश्त ही नहीं हो रहा कि किवें साडा फिक्स मैच खत्म करके एक नवी पार्टी, एक अंदोलन चों निकली ईमानदार पार्टी किवें सरकार बना गई आ। और पंजाब दे अगे हमेशा तो चाहे 2017 च ये चीज़ां पेश कीतियां गईयां कि आम आदमी पार्टी जिहड़ी सिख विरोधी आ,
ਚਾਹੇ 2022 ਦੇ ਵਿੱਚ ਕੋਸ਼ਿਸ਼ਾਂ ਕੀਤੀਆਂ ਗਈਆਂ ਔਰ ਅੱਜ ਫਿਰ ਉਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ, ਲੇਕਿਨ ਪੰਜਾਬ ਦੇ ਸੁਹਿਰਦ ਸਿੱਖ, ਪੰਜਾਬ ਦਾ ਉਹ ਸਿੱਖੀ ਭਾਈਚਾਰਾ ਔਰ ਪੰਜਾਬ ਨੂੰ ਪਿਆਰ ਕਰਨ ਵਾਲੇ, ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਲੋਕ ਜਾਣਦੇ ਆ ਕਿ ਕਿਵੇਂ ਆਮ ਆਦਮੀ ਪਾਰਟੀ, ਸਰਦਾਰ ਭਗਵੰਤ ਸਿੰਘ ਮਾਨ ਜਿਹੜਾ ਉਹ ਸਿੱਖੀ ਦਾ ਸਿਰ ਉੱਚਾ ਕਰਕੇ ਚੱਲਦੇ ਆ। ਤੁਹਾਨੂੰ ਇੱਕ ਛੋਟੇ ਜਿਹੇ ਤਰੀਕੇ ਨਾਲ ਜਜਵੀਰ ਜੀ ਮੈਂ ਉਦਾਹਰਨ ਦੇ ਤੌਰ ਤੇ ਦੱਸਦਾ ਕਿ ਅੱਜ ਤੱਕ ਕਿੰਨੀ ਵਾਰ ਅਕਾਲੀ ਦਲ ਦੀਆਂ ਔਰ ਕਿੰਨੀ ਵਾਰ ਕਾਂਗਰਸ ਦੀਆਂ ਸਰਕਾਰਾਂ ਪੰਜਾਬ 'ਚ ਬਣੀਆਂ, ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਜਿਹੜੇ ਸਾਡਾ ਸਾਥ ਜਿਹੜਾ ਵਰੁਣ ਜੀ, ਤੁਹਾਡੀ ਇਸ ਗੱਲ ਤੇ ਟੋਕਣਾ ਚਾਹਾਂਗਾ ਕਿ ਕਾਂਗਰਸ ਪਾਰਟੀ ਵੀ ਇਸ ਬਿਆਨ ਨੂੰ ਜਿਹੜਾ ਹੈ ਉਹਦੀ ਨਿੰਦਾ ਕਰ ਰਹੀ ਹੈ। ਕਾਂਗਰਸ ਪਾਰਟੀ, ਬੀਜੇਪੀ ਦੀ ਗੱਲ ਕਰੀਏ, ਇੱਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਹ ਗੱਲ ਕਹਿ ਰਹੀ ਹੈ ਕਿ ਇਹ ਜਿਹੜਾ ਬਿਆਨ ਹੈ ਇਹ ਨਿੱਜੀ ਬਿਆਨ ਹੋ ਸਕਦਾ ਹੈ, ਕਿਸੇ ਪਾਰਟੀ ਦਾ ਬਿਆਨ ਨਹੀਂ ਹੈ, ਵਿਰਸਾ ਸਿੰਘ ਵਲਟੋਹਾ ਦਾ ਨਿੱਜੀ ਬਿਆਨ ਹੈ। ਸਾਰੀਆਂ ਪਾਰਟੀਆਂ ਵੀ ਇਸ ਗੱਲ ਦਾ ਬਿਆਨ ਦਾ ਜਿਹੜਾ ਹੈ ਉਹ ਕਿਤੇ ਨਾ ਕਿਤੇ ਨਿੰਦਾ ਕਰ ਰਹੀ ਹੈ। ਮੈਂ ਇਸ ਮੌਕੇ ਤੇ ਵੱਡੇ ਦਿਲ ਦੇ ਨਾਲ ਸਵਾਗਤ ਕਰਦਾ ਕਿ ਜੇ ਕਾਂਗਰਸ ਔਰ ਭਾਰਤੀ ਜਨਤਾ ਪਾਰਟੀ ਨੇ ਆਪਣੇ ਜ਼ਮੀਰ ਦੀ ਆਵਾਜ਼ ਸੁਣ ਕੇ ਇਸ ਬਿਆਨ ਦੀ ਨਿੰਦਿਆ ਕੀਤੀ ਆ ਤਾਂ ਮੈਂ ਉਸ ਗੱਲ ਦਾ ਸਵਾਗਤ ਕਰਦਾ, ਕਿਉਂਕਿ ਗਲਤ ਨੂੰ ਗਲਤ ਕਹਿਣਾ ਬੜੀ ਵੱਡੀ ਗੱਲ ਹੁੰਦੀ ਆ। ਔਰ ਜੇ ਇਹ ਦੂਸਰੀਆਂ ਰਵਾਇਤੀ ਪਾਰਟੀਆਂ, ਚਾਹੇ ਬੀਜੇਪੀ, ਚਾਹੇ ਕਾਂਗਰਸ ਔਰ ਚਾਹੇ ਸਾਡੀ ਸਤਿਕਾਰਯੋਗ ਸ਼੍ਰੋਮਣੀ ਕਮੇਟੀ, ਉਹਨਾਂ ਨੇ ਜੇ ਇਹਦੀ ਨਿੰਦਿਆ ਕੀਤੀ ਹੈ ਤਾਂ ਬੜੀ ਖੁਸ਼ੀ ਦੀ ਗੱਲ ਹੈ ਇਹਦੇ ਵਾਸਤੇ, ਔਰ ਬੜਾ ਸਵਾਗਤ ਕਰਦਾ ਮੈਂ ਇਸ ਬਿਲਕੁਲ ਕਾਂਗਰਸ ਪਾਰਟੀ ਦੇ ਨੁਮਾਇੰਦੇ ਵੀ ਸਾਡੇ ਨਾਲ ਇੰਦਰਜੀਤ ਬਾਸਰ ਕੇ, ਉਹਨਾਂ ਕੋਲ ਜਾਂਦੇ ਆ। ਬਾਸਰ ਕੇ ਸਾਹਿਬ, ਕੀ ਕਹੋਗੇ ਇਸ ਬਿਆਨ ਨੂੰ ਲੈ ਕੇ? ਤੁਹਾਡੀ ਕੀ ਰਾਏ ਹੈ, ਕੀ ਪ੍ਰਤੀਕਿਰਿਆ ਹੈ? ਕਿਉਂਕਿ ਜਿਸ ਢੰਗ ਦੇ ਨਾਲ ਚਰਚਾ ਜਿਹੜੀ ਹੈ ਉਹ ਛਿੜੀ ਹੋਈ ਹੈ ਕਿ ਅਕਾਲ ਤਖਤ ਸਾਹਿਬ ਦੇ ਨਿੱਜੀ ਸਮਾਗਮ ਦੇ ਵਿੱਚ ਜਾਣ ਨੂੰ ਲੈ ਕੇ ਲਗਾਤਾਰ ਹੁਣ ਸਵਾਲ ਖੜੇ ਹੋ ਰਹੇ ਨੇ, ਇੱਕ ਸਿਆਸਤ ਜਿਹੜੀ ਹੈ ਕਿਤੇ ਨਾ ਕਿਤੇ ਕੀਤੀ ਜਾ ਰਹੀ ਹੈ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਸਭ ਨੂੰ? ਜਜਬੀਰ ਜੀ, ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਮੁੱਚੀ ਸਿੱਖ ਕੌਮ ਦੇ ਜਥੇਦਾਰ ਨੇ। ਇਹਨਾਂ ਤੋਂ ਉੱਚਾ ਹੋਰ ਕੋਈ ਅਹੁਦਾ ਨਹੀਂ ਹੈ। ਸਾਡੀ ਸਿੱਖ ਧਰਮ ਦੀ ਮਰਿਆਦਾ ਹੈ ਕਿ ਅਕਾਲ ਤਖਤ ਨੂੰ ਸੁਪਰੀਮ ਮੰਨਿਆ ਗਿਆ ਹੈ। ਸੁਪਰੀਮ ਜੋ ਵੀ ਹੁਕਮ ਦੇਵੇਗਾ ਉਹ ਹਰ ਸਿੱਖ ਜਿਹੜਾ ਉਹਨਾਂ ਦੇ ਅੱਗੇ ਸਿਰ ਝੁਕਾਉਂਦਾ ਹੈ। ਪਰ ਮੈਨੂੰ ਅਫਸੋਸ ਹੈ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਅਕਾਲ ਤਖਤ ਦੇ ਜਥੇਦਾਰ ਨੂੰ ਆਪਣਾ ਗੁਲਾਮ ਬਣਾ ਕੇ ਰੱਖਿਆ। ਇਹਨਾਂ ਨੇ ਹਮੇਸ਼ਾ ਹੀ ਅਕਾਲ ਤਖਤ ਦੇ ਜਥੇਦਾਰ ਨੂੰ ਆਜ਼ਾਦੀ ਨਾਲ ਕੰਮ ਨਹੀਂ ਕਰਨ ਦਿੱਤਾ, ਉਹਨਾਂ ਨੂੰ ਸਿੱਖ ਕੌਮ ਦੀ ਸੇਵਾ ਨਹੀਂ ਕਰਨ ਦਿੱਤੀ। ਇਹੀ ਕਾਰਨ ਆ ਕਿ ਵਿਰਸਾ ਸਿੰਘ ਵਲਟੋਹਾ ਨੂੰ ਤਕਲੀਫ ਹੋਈ ਆ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਉਂ ਨਿੱਜੀ ਫੰਕਸ਼ਨ ਤੇ ਗਿਆ ਹੈ। ਉਹ ਕੋਈ ਅਕਾਲੀ ਦਲ ਦਾ ਗੁਲਾਮ ਨਹੀਂ ਹੈ। ਇਹ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ, ਪਹਿਲੇ ਜਥੇਦਾਰ, ਕੁਝ ਪਿਛਲੇ ਸਮੇਂ ਤੋਂ ਪਹਿਲੇ ਜਥੇਦਾਰ ਹੋਏ ਨੇ ਜਿਹੜੇ ਅਕਾਲੀ ਦਲ ਦੀ ਗੁਲਾਬੀ ਚੋਂ ਬਾਹਰ ਨਿਕਲ ਕੇ ਆਪਣੀ ਵਿਚਾਰਧਾਰਾ, ਆਪਣੀ ਸੋਚ ਅਨੁਸਾਰ ਉਹਨਾਂ ਨੇ ਫੈਸਲਾ ਕੀਤਾ ਕਿਸੇ ਦੇ ਨਿੱਜੀ ਸਮਾਗਮ ਤੇ ਜਾਣਾ, ਉਹ ਕੋਈ ਅਕਾਲੀ ਦਲ ਨੂੰ ਪੁੱਛ ਕੇ ਨਹੀਂ ਜਾਣਾ। ਲੇਕਿਨ ਇਹਨਾਂ ਦੀਆਂ ਹਰਕਤਾਂ ਹਮੇਸ਼ਾ ਹੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਗੁਲਾਮ ਬਣਾ ਕੇ ਰੱਖਣ ਵਾਲੀਆਂ ਰਹੀਆਂ। ਜਜਵੀਰ ਜੀ, 2005 ਦੇ ਵਿੱਚ ਮੈਂ ਡਿਸਟ੍ਰਿਕਟ ਕਾਂਗਰਸ ਅੰਮ੍ਰਿਤਸਰ ਰੂਰਲ ਦਾ ਪ੍ਰਧਾਨ ਦੀ ਸੇਵਾ ਕਰ ਰਿਹਾ ਸੀ ਤਾਂ ਬੰਦੀ ਛੋੜ ਦਿਵਸ ਅਕਾਲੀ ਦਲ ਮਨਾ ਰਿਹਾ, ਸ਼੍ਰੋਮਣੀ ਕਮੇਟੀ ਮਨਾ ਰਹੀ ਆ। ਕਿਉਂ? ਅਸੀਂ ਕਾਂਗਰਸੀ ਸਿੱਖ ਨਹੀਂ ਹਾਂ। ਅਸੀਂ ਵੀ ਫੈਸਲਾ ਕੀਤਾ ਕਿ ਬੰਦੀ ਛੋੜ ਦਿਵਸ ਜ਼ਿਲ੍ਹਾ ਕਾਂਗਰਸ ਕਮੇਟੀ ਦਫ਼ਤਰ ਦੇ ਵਿੱਚ ਮਨਾਇਆ ਜਾਵੇਗਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮੇਰੇ ਨਾਲ 25 ਅੰਮ੍ਰਿਤਧਾਰੀ ਸਿੰਘ ਬੇਨਤੀ ਪੱਤਰ ਦੇਣ ਗਏ ਕਿ ਤੁਸੀਂ ਆ ਕੇ ਉੱਥੇ ਆਪਣਾ ਸੰਦੇਸ਼ ਦਿਓ, ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਆਪਣੀਆਂ ਕਈ ਮਜਬੂਰੀਆਂ ਜ਼ਾਹਰ ਕੀਤੀਆਂ, ਲੇਕਿਨ ਮੇਰੇ ਜਿੱਦ ਕਰਨ ਨਾਲ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਿਧਾਂਤ ਨੂੰ ਜਦੋਂ ਪ੍ਰਗਟ ਕੀਤਾ ਗਿਆ ਤਾਂ ਫਿਰ ਉਹਨਾਂ ਨੇ ਮੰਨਿਆ। ਉਸ ਸਮੇਂ ਦੇ ਗਿਆਨੀ ਜੋਗਿੰਦਰ ਸਿੰਘ ਵਿਦੰਤੀ ਜਥੇਦਾਰ ਸੀ, ਉਹਨਾਂ ਨੇ ਸਵੀਕਾਰ ਕੀਤਾ ਕਿ ਮੈਂ ਉੱਥੇ ਆਵਾਂਗਾ। ਲੇਕਿਨ ਮੈਂ 3 ਵਾਰ ਕਿਹਾ ਕਿ ਜਥੇਦਾਰ ਸਾਹਿਬ ਤੁਸੀਂ ਆਉਣਾ ਨਹੀਂ। ਉਹਨਾਂ ਨੇ ਕਿਹਾ ਮੈਂ ਆਵਾਂਗਾ, ਲੇਕਿਨ ਜਿਸ ਦਿਨ ਸਮਾਗਮ ਸੀ ਉਸ ਦਿਨ ਸਮਾਗਮ ਦੇ ਟਾਈਮ ਤੇ 5 ਮਿੰਟ ਪਹਿਲਾਂ ਮੈਨੂੰ ਫੋਨ ਕਰ ਦਿੱਤਾ ਗਿਆ ਕਿ ਸਰਦਾਰ ਇੰਦਰਜੀਤ ਸਿੰਘ ਜੀ, ਤੁਸੀਂ ਮੇਰੀਆਂ ਮਜਬੂਰੀਆਂ ਨੂੰ ਸਮਝਦੇ ਜੇ ਤੇ ਮੈਨੂੰ ਮਾਫ ਕਰਿਓ, ਮੈਂ ਆ ਨਹੀਂ ਸਕਣਾ। ਮੈਂ ਕਿਹਾ ਸਿੰਘ ਸਾਹਿਬ ਜੀ ਇਹ ਲਫ਼ਜ਼ ਨਾ ਬੋਲਿਓ, ਮੈਨੂੰ ਪਤਾ ਸੀ ਕਿ ਤੁਸੀਂ ਆਉਣਾ ਨਹੀਂ, ਤੁਸੀਂ ਗਲਤ ਫਹਿਮੀ ਚ ਜੇ ਕਿ ਤੁਸੀਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਮੁੱਚੀ ਕੌਮ ਦੇ ਜਥੇਦਾਰ ਜੇ, ਬਿਲਕੁਲ ਨਹੀਂ, ਤੁਸੀਂ ਅਕਾਲੀ ਦਲ ਬਾਦਲ ਦੇ ਜਥੇਦਾਰ ਜੇ। ਇਸ ਕਰਕੇ ਇਹਨਾਂ ਨੇ ਹਮੇਸ਼ਾ ਹੀ ਅਕਾਲ ਤਖਤ ਦੇ ਜਥੇਦਾਰ ਨੂੰ ਆਪਣਾ ਮੁਲਾਜ਼ਮ ਬਣਾ ਕੇ ਰੱਖਿਆ। ਕੀ ਲੱਗਦਾ ਹੈ ਕਿ ਇਹ ਮਨਮੁਟਾਵ, ਬਾਸਕੇ ਸਾਹਿਬ ਕੀ ਲੱਗਦਾ ਇਹ ਮਨਮੁਟਾਵ ਜਿਹੜੇ ਵਿਰਸਾ ਸਿੰਘ ਵਲਟੋਹਾ ਤੇ ਜਿਹੜੇ ਜਥੇਦਾਰ ਸਾਹਿਬ ਦੇ ਵਿਚਕਾਰ ਨੇ? ਕਿਉਂਕਿ ਪਹਿਲੇ ਵੀ ਸਵਾਲ ਜਿਹੜੇ ਸੀਗੇ ਉਹਨਾਂ ਵੱਲੋਂ ਖੜੇ ਕੀਤੇ ਗਏ ਉਸ ਵੇਲੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਬੇਟੇ ਦੀ ਸ਼ਾਦੀ ਦੇ ਵਿੱਚ ਜਿਹੜੇ ਨੇ ਅਕਾਲ ਤਖਤ ਦੇ ਜਥੇਦਾਰ ਵੱਲੋਂ ਜਿਹੜੀ ਹੈ ਉਹ ਅਰਦਾਸ ਕੀਤੀ ਗਈ ਤੇ ਉਸ ਨੂੰ ਲੈ ਕੇ ਵੀ ਜਿਹੜੇ ਨੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਵੱਲੋਂ ਸਵਾਲ ਖੜੇ ਕੀਤੇ ਗਏ ਸੀ। ਪਰ ਹੁਣ ਦੂਸਰੀ ਵਾਰ ਜਿਹੜੇ ਨੇ
ਇਹ ਵਿਰਸਾ ਸਿੰਘ ਵਲਟੋਹਾ ਨੇ ਫਿਰ ਸਵਾਲ ਖੜੇ ਕੀਤੇ ਨੇ ਕਿ ਲੱਗਦਾ ਇਹ ਮਨ ਵਟਾਵ ਨਿੱਜੀ ਹੋ ਸਕਦੇ ਨੇ ਜਾਂ ਕਿਸੇ ਹੋਰ ਤਰ੍ਹਾਂ ਦੇ ਨਾਲ ਕੋਈ ਹੋਰ ਮਕਸਦ ਹੋ ਸਕਦਾ ਇਸ ਬਿਆਨ ਦੇ ਪਿੱਛੇ। ਬਿਲਕੁਲ ਨਹੀਂ ਜੀ, ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਵਿਰਸਾ ਸਿੰਘ ਵਲਟੋਹਾ ਦੇ ਨਿੱਜੀ ਬਿਆਨ ਨੇ, ਇਹ ਅਕਾਲੀ ਦਲ ਦੇ ਬਿਆਨ ਨੇ। ਅਕਾਲੀ ਦਲ ਹਮੇਸ਼ਾ ਹੀ ਸਮਝਦਾ ਰਿਹਾ ਹੈ ਕਿ ਅਕਾਲ ਤਖਤ ਸਾਹਿਬ ਦਾ ਜਥੇਦਾਰ ਸਾਡੇ ਇਸ਼ਾਰੇ ਤੇ ਨੱਚੇ। ਇਹ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਸਾਰੀ ਦੁਨੀਆ ਜਾਣਦੀ ਆ ਕਿ ਬਹੁਤ ਪੜ੍ਹੇ ਲਿਖੇ ਨੇ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਇਹਨਾਂ ਜਿੰਨਾ ਪੜ੍ਹਿਆ ਲਿਖਿਆ ਕੋਈ ਵਿਅਕਤੀ ਅੱਜ ਦੀ ਡੇਟ 'ਚ ਹੈ ਹੀ ਨਹੀਂ, ਲੇਕਿਨ ਇਹ ਚਾਹੁੰਦੇ ਨੇ ਉਹਨੂੰ ਆਪਣੇ ਗੁਲਾਮ ਬਣਾ ਕੇ ਰੱਖਣਾ, ਆਪਣੀ ਮਰਜ਼ੀ ਦੇ ਨਾਲ ਚਲਾਉਣਾ। ਲੇਕਿਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮੈਂ ਵਧਾਈ ਦੇਣਾ ਹੈ ਕਿ ਉਹਨਾਂ ਨੇ ਇਹਨਾਂ ਦੀ ਗੁਲਾਮੀ ਚੋਂ ਨਿਕਲ ਕੇ ਆਪਣੇ ਨਿੱਜੀ ਵਿਚਾਰਾਂ ਦਾ, ਆਪਣੀ ਨਿੱਜੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਪਰ ਇੰਦਰਜੀਤ ਬਾਸਰਕੇ ਸਾਹਿਬ, ਐਸਜੀਪੀਸੀ ਵੱਲੋਂ ਇਹ ਗੱਲ ਦਾ ਬਿਆਨ ਦਾ ਜਿਹੜਾ ਨਿਖੇਧ ਕੀਤੀ ਗਈ, ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਅਕਾਲੀ ਦਲ ਦੇ ਨਾਲ ਇਹਦਾ ਕੋਈ ਬਿਆਨ ਦਾ ਲੈਣਾ ਦੇਣਾ ਨਹੀਂ ਹੈ। ਇਹ ਬਿਆਨ ਜਿਹੜੇ ਨੇ ਵਿਰਸਾ ਸਿੰਘ ਵਲਟੋਹਾ ਦਾ ਨਿੱਜੀ ਬਿਆਨ ਹੈ। ਐਸਜੀਪੀਸੀ ਨੇ ਆਪਣਾ ਸਟੈਂਡ ਜਿਹੜਾ ਹੈ ਉਹ ਕਲੀਅਰ ਕਰ ਦਿੱਤਾ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਬਿਆਨ ਹੈ ਅਕਾਲੀ ਦਲ ਦਾ ਨਹੀਂ ਹੈ, ਇਹ ਬਿਆਨ ਨਿੱਜੀ ਤੌਰ ਦੇ ਉੱਤੇ ਜਿਹੜਾ ਹੈ ਵਿਰਸਾ ਸਿੰਘ ਵਲਟੋਹਾ ਵੱਲੋਂ ਦਿੱਤਾ ਗਿਆ। ਜਦੋਂ ਇਸ ਵਿਰਸਾ ਸਿੰਘ ਵਲਟੋਹਾ ਦੇ ਬਿਆਨ ਦੀ ਚਾਰ ਸਫੇਰਿਓਂ ਨਿੰਦਾ ਹੋਣ ਲੱਗੀ ਤਾਂ ਉਦੋਂ ਅਕਾਲੀ ਦਲ ਨੇ ਆਪਣੀ ਇੱਜ਼ਤ ਬਚਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਸਾਹਿਬ ਨੂੰ ਕਿਹਾ ਕਿ ਤੁਸੀਂ ਇਹ ਕਿਉਂ ਕਿ ਵਿਰਸਾ ਸਿੰਘ ਵਲਟੋਹਾ ਦਾ ਨਿੱਜੀ ਬਿਆਨ ਆ। ਪਰ ਮੈਂ ਸਹਿਮਤ ਨਹੀਂ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਵੀ ਅੱਜ ਤੱਕ ਕੋਈ ਇੰਡੀਪੈਂਡੈਂਟ ਬਿਆਨ ਦੇ ਸਕਿਆ ਹੋਵੇ, ਅੱਜ ਤੱਕ ਕੋਈ ਇੰਡੀਪੈਂਡੈਂਟ ਕੰਮ ਕਰ ਸਕਿਆ ਹੋਵੇ। ਉਹ ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਤੇ ਅਕਾਲੀ ਦਲ ਬਾਦਲ ਆਪਣਾ ਕਬਜ਼ਾ ਸਮਝਦਾ ਹੈ ਔਰ ਆਪਣੀ ਸੋਚ ਅਨੁਸਾਰ ਚਲਾਉਣਾ ਚਾਹੁੰਦਾ ਹੈ। ਇਹ ਐਡਵੋਕੇਟ ਧਾਮੀ ਸਾਹਿਬ ਦਾ ਮੈਂ ਨਿੱਜੀ ਬਿਆਨ ਨਹੀਂ ਸਮਝਦਾ। ਇਹ ਅਕਾਲੀ ਦਲ ਬਾਦਲ ਇਹ ਸਾਰਾ ਨਾਚ ਨਚਾ ਰਿਹਾ ਹੈ ਜਿਹੜਾ ਕਿ ਗਲਤ ਹੈ। ਇਹਨਾਂ ਨੇ ਸਿੱਖ ਪੰਥ ਦਾ, ਸਿੱਖ ਕੌਮ ਦਾ, ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾ ਕੇ ਬਹੁਤ ਅਪਮਾਨ ਕੀਤਾ ਹੈ। ਸਾਰੀ ਦੁਨੀਆ ਜਾਣਦੀ ਹੈ ਕਿ ਅਕਾਲੀ ਦਲ ਦੇ ਲੀਡਰਾਂ ਨੇ ਹੀ ਮੁਹਾਲੀ ਦੇ ਵਿੱਚੋਂ ਰਾਮ ਰਹੀਮ ਦਾ ਚੋਲਾ ਬਣਵਾ ਕੇ ਭੇਜਿਆ ਸੀ। ਇਹਦੇ ਤੋਂ ਵੱਡਾ ਗੁਨਾਹਗਾਰ ਹੋਰ ਕਿਹੜਾ ਹੋ ਸਕਦਾ ਹੈ? ਅਕਾਲੀ ਦਲ ਦੇ ਲੀਡਰਾਂ ਨੂੰ ਪੰਥਕ ਲਿਬਾਸ ਤੇ ਪੰਥਕ ਸੋਚ ਲੋਕਾਂ 'ਚ ਪ੍ਰਗਟ ਕਰਨ ਲੱਗਿਆ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ। ਇੰਦਰਜੀਤ ਬਾਸਰਕੇ ਸਾਹਿਬ, ਸਾਡੀ ਗੱਲ ਆ ਗਈ ਜੀ, ਤੁਹਾਡੀ ਗੱਲ ਆ ਗਈ। ਬੀਜੇਪੀ ਦੇ ਆਗੂ ਵੀ ਸਾਡੇ ਨਾਲ, ਗੌਰਵ ਭੰਡਾਰੀ ਸਾਡੇ ਨਾਲ ਨੇ, ਉਹਨਾਂ ਦੀ ਵੀ ਰਾਏ ਲੈ ਲੈਂਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ। ਭੰਡਾਰੀ ਸਾਹਿਬ, ਜਿਸ ਢੰਗ ਦੇ ਨਾਲ ਤੁਸੀਂ ਸਾਰੀ ਗੱਲਬਾਤ ਸੁਣ ਰਹੇ ਸੀ, ਕੀ ਲੱਗਦਾ ਕਿ ਇਸ ਬਿਆਨ ਨੂੰ ਲੈ ਕੇ ਜਿਸ ਤਰ੍ਹਾਂ ਦੇ ਨਾਲ ਪੂਰੀ ਸਿਆਸਤ ਜਿਹੜੀ ਹੈ ਪੰਜਾਬ ਦੀ ਕਿਤੇ ਨਾ ਕਿਤੇ ਉਹ ਗਰਮਾਈ ਹੋਈ ਹੈ ਔਰ ਇਹ ਕਿਹਾ ਜਾ ਰਿਹਾ ਕਿ ਇਹ ਚਰਚਾ ਜਿਹੜੀ ਹੈ ਇੱਕ ਛਿੜੀ ਹੋਈ ਹੈ, ਇੱਕ ਜੰਗ ਕਹਿ ਸਕਦੇ ਛਿੜੀ ਹੋਈ ਹੈ ਅਕਾਲ ਤਖਤ ਦੇ ਜਥੇਦਾਰ ਦੇ ਇੱਕ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਨੂੰ ਲੈ ਕੇ, ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਤੁਹਾਡੀ ਕੀ ਪ੍ਰਤੀਕਿਰਿਆ, ਕੀ ਸਮਝਦੇ ਹੋ ਕਿ ਇਸ ਬਿਆਨ ਨੂੰ ਕਿਸ ਤਰ੍ਹਾਂ ਲੈਣਾ ਚਾਹੀਦਾ? ਮੈਂ ਜਜਵੀਰ ਜੀ, ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਉੱਥੇ ਨਿੱਜੀ ਸਮਾਗਮ ਤੇ ਗਏ ਨੇ, ਮੈਂ ਸਮਝਦਾ ਕਿ ਉਹਨਾਂ ਦਾ ਇੱਕ ਨਿੱਜੀ ਫੈਸਲਾ ਹੈ। ਉਹਨਾਂ ਨੇ ਕਿਸੇ ਪ੍ਰੋਗਰਾਮ ਤੇ ਜਾਣਾ ਹੈ, ਕਾਰਜਕ੍ਰਮ ਤੇ ਜਾਣਾ ਹੈ, ਉਹਨਾਂ ਦਾ ਨਿੱਜੀ ਫੈਸਲਾ ਹੈ। ਕਿਸੇ ਸ਼ਾਦੀ ਸਮਾਰੋਹ ਤੇ ਜਾਣਾ, ਉਹਦੇ ਉੱਪਰ ਇੱਕ ਬਿਆਨ ਦੇਣਾ ਔਰ ਕਟਾਕਸ਼ ਕਰਨਾ, ਮੈਂ ਸਮਝਦਾ ਕਿ ਇਹ ਚੀਜ਼ਾਂ ਬਹੁਤ ਗਲਤ ਹੈ। ਮੈਂ ਇਸ ਬਿਆਨ ਦੀ ਨਿੰਦਾ ਕਰਦਾ ਕਿ ਇਹ ਬਿਆਨ ਵਲਟੋਹਾ ਸਾਹਿਬ ਦਾ ਨਿੱਜੀ ਬਿਆਨ ਹੋ ਸਕਦਾ ਹੈ, ਕਿਸੇ ਪਾਰਟੀ ਵਿਸ਼ੇਸ਼ ਦਾ ਨਹੀਂ ਹੋਣਾ ਚਾਹੀਦਾ। ਪਰ ਗੌਰਵ ਭੰਡਾਰੀ ਸਾਹਿਬ, ਜਿਸ ਤਰ੍ਹਾਂ ਦੇ ਨਾਲ ਜਿਹੜੇ ਵਿਰਸਾ ਸਿੰਘ ਵਲਟੋਹਾ ਨੇ ਉਹ ਇਹ ਕਹਿ ਰਹੇ ਨੇ ਕਿ ਅਗਰ ਇਸ ਸਮਾਗਮ ਦੇ ਵਿੱਚ ਜਦੋਂ ਇਹ ਪਹੁੰਚੇ ਨੇ ਤਾਂ ਉੱਥੇ ਮੇਰੇ ਮਨ ਨੂੰ ਬੜੀ ਠੇਸ ਲੱਗੀ ਹੈ। ਇੱਕ ਨਵੀਂ ਪ੍ਰਥਾ ਜਿਹੜੀ ਆ ਉਹ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਕੀ ਲੱਗਦਾ ਕਿਹੜੀ ਪ੍ਰਥਾ ਦੀ ਗੱਲ ਕੀਤੀ ਜਾ ਰਹੀ ਉਹਨਾਂ ਵੱਲੋਂ? ਕਿਉਂਕਿ ਇਸ਼ਾਰਾ ਜਿਹੜਾ ਉਹਨਾਂ ਵੱਲੋਂ ਇਹ ਕੀਤਾ ਗਿਆ ਕਿ ਉੱਥੇ ਜਦੋਂ ਕਿ ਇੱਕ ਦਰਬਾਰ ਸੱਜਿਆ ਹੋਇਆ ਸੀ, ਕੀਰਤਨੀ ਜਥਾ ਜਿਹੜਾ ਸੀਗਾ ਉਹ ਇੱਕ ਜਿਹੜੇ ਸੀ ਉੱਥੇ ਬੈਠੇ ਹੋਏ ਸੀ ਤੇ ਉਸ ਤੋਂ ਬਾਅਦ ਸੋਫਿਆਂ ਦੇ ਵਿੱਚ ਬੈਠ ਕੇ ਜਿਹੜਾ ਹੈ ਉਸ ਕੀਰਤਨੀ ਜਥੇ ਨੂੰ ਜਿਹੜਾ ਸੀ ਦੇਖਿਆ ਜਾ ਰਿਹਾ ਸੀ। ਇਸ ਨੂੰ ਲੈ ਕੇ ਉਹ ਕਹਿੰਦੇ ਮੇਰੇ ਮਨ ਨੂੰ ਬੜੀ ਠੇਸ ਪਹੁੰਚੀ। ਇੱਕ ਨਵੀਂ ਪ੍ਰਥਾ ਜਿਹੜੀ ਹੈ ਉਹ ਕਹਿੰਦੇ ਨੇ ਸ਼ੁਰੂ ਕੀਤੀ ਜਾ ਰਹੀ ਹੈ ਜੋ ਕਿ ਨਹੀਂ ਹੋਣੀ ਚਾਹੀਦੀ ਸੀ, ਅਕਾਲ ਤਖਤ ਦੇ ਜਥੇਦਾਰ ਦੀ ਮੌਜੂਦਗੀ ਦੇ ਵਿੱਚ ਹੋਇਆ। ਉਹ ਕਹਿੰਦੇ ਕਿ ਇਸ ਗੱਲ ਦੀ ਮੈਨੂੰ ਬਹੁਤ ਜਿਹੜੀ ਠੇਸ ਪਹੁੰਚੀ ਹੈ। ਕੀ ਲੱਗਦਾ ਕਿਹੜੀ ਪ੍ਰਥਾ ਦੀ ਗੱਲ ਕੀਤੀ ਜਾ ਰਹੀ? ਦੇਖੋ, ਇਸ ਤਰ੍ਹਾਂ ਹੈ ਕਿ ਕਿਸੇ ਵੀ ਧਰਮ ਦੇ ਮੁਖੀ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਦੇ ਮੁਖੀ ਹੈ, ਉਹ ਗਏ ਨੇ ਉੱਥੇ। ਇਹ ਮਰਿਆਦਾ ਉਹ ਤੇ ਉਹਨਾਂ ਨੂੰ ਭਲੀ ਭਾਂਤੀ ਜਾਣਦੇ ਨੇ ਕਿ ਮਰਿਆਦਾ ਕਿੱਥੇ ਮਰਿਆਦਾ ਹੈਗੀ ਹੈ। ਜੇ ਕੋਈ ਕੀਰਤਨੀ ਜੱਥਾ ਉੱਥੇ ਕੀਰਤਨ ਕਰ ਰਿਹਾ ਹੈ, ਉਸਨੂੰ ਸੋਫੇ ਤੇ ਬਹਿ ਕੇ ਸੁਣਿਆ ਜਾਂ ਕਿਸ ਤਰ੍ਹਾਂ ਕੀਤਾ ਹੈ, ਮੇਰੀ ਨੌਲੇਜ 'ਚ ਨਹੀਂ ਹੈਗਾ। ਲੇਕਿਨ ਮੈਂ ਸਮਝਦਾ ਕਿ ਉਹ ਸਿਆਣੇ ਨੇ, ਸਮਝਦਾਰ ਹੈ, ਇਸ ਜਗ੍ਹਾ ਤੇ ਬੈਠੇ ਨੇ, ਇਸ ਪਦ ਤੇ ਬੈਠੇ ਨੇ। ਤੇ ਬਾਕੀ ਵਲਟੋਹਾ ਜੀ ਕਿਸ ਗੱਲ ਕਰ ਰਹੇ ਨੇ ਕਿ ਮਰਿਆਦਾ ਭੰਗ ਹੋਈ ਹੈ ਨਹੀਂ ਹੋਈ, ਇਹ ਤੇ ਉਹਨਾਂ ਦਾ ਐਸਜੀਪੀਸੀ ਅੰਦਰ ਇੱਕ ਉਹਨਾਂ ਦਾ ਪਰਸਨਲ ਮੈਟਰ ਹੋ ਸਕਦਾ ਹੈ, ਜਿਸ ਤੇ ਕਟਾਕਸ਼ ਕਰਨਾ ਮੈਂ ਨਹੀਂ ਸਮਝਦਾ ਕਿ ਅੱਛਾ ਹੋਏਗਾ ਸਾਡੇ ਵਾਸਤੇ। ਵਰੁਣ ਜੀ, ਮੈਂ ਤੁਹਾਡੇ ਕੋਲ ਆਵਾਂਗਾ। ਜਿਸ ਢੰਗ ਦੇ ਨਾਲ ਇਸ ਬਿਆਨ ਨੂੰ ਲੈ ਕੇ ਹੁਣ ਇੱਕ ਸਿਆਸਤ ਦੀ ਇੱਕ ਜੰਗ ਕਹਿ ਸਕਦੇ ਹਾਂ ਜਿਹੜੀ ਹੈ ਉਹ ਛਿੜ ਚੁੱਕੀ ਹੈ
ਔਰ ਅਗਰ ਗੱਲ ਕਰੀਏ ਐਸਜੀਪੀਸੀ ਦੀ, ਤਾਂ ਐਸਜੀਪੀਸੀ ਵੀ ਜਿਹੜੀ ਹੈ ਇਸ ਬਿਆਨ ਨੂੰ ਨਿੱਜੀ ਬਿਆਨ ਸਮਝ ਰਹੀ ਹੈ ਔਰ ਇਸ ਬਿਆਨ ਦੀ ਕਿਤੇ ਨਾ ਕਿਤੇ ਉਹ ਵੀ ਨਿੰਦਾ ਕਰ ਰਹੇ ਨੇ। ਪਰ ਜਿਸ ਢੰਗ ਦੇ ਨਾਲ ਦੂਜੀ ਵਾਰ ਵਲਟੋਹਾ ਸਿੰਘ ਵੱਲੋਂ ਜਿਹੜਾ ਇਹ ਬਿਆਨ ਜਿਹੜਾ ਹੈ ਉਹ ਦਿੱਤਾ ਗਿਆ, ਔਰ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਉਹਨਾਂ ਦਾ ਮਨਮੁਟਾਵ ਹੋ ਸਕਦਾ ਹੈ, ਕਿਉਂਕਿ ਇਹ ਜਿਸ ਢੰਗ ਦੇ ਨਾਲ ਹੁਣ ਇਹ ਬਿਆਨ ਹੈ, ਉਸ ਬਿਆਨ ਨੂੰ ਲੈ ਕੇ ਲਗਾਤਾਰ ਜਿਹੜੀ ਹੈ ਇੱਕ ਚਰਚਾ ਛਿੜੀ ਹੈ। ਕੀ ਸਮਝਦੇ ਹੋ ਇਸ ਬਿਆਨ ਨੂੰ ਲੈ ਕੇ? ਪਿੱਛੇ ਜਿਵੇਂ ਤੁਸੀਂ ਪਹਿਲੇ ਦੱਸ ਚੁੱਕੇ ਹੋ ਕਿ ਇਸ ਬਿਆਨ ਦੇ ਪਿੱਛੇ ਉਹਨਾਂ ਦੀ ਨਿੱਜੀ ਰਾਏ ਹੋ ਸਕਦੀ ਹੈ, ਕਿਸੇ ਤਰ੍ਹਾਂ ਦੇ ਨਾਲ ਕੋਈ ਮਨਮੁਟਾਵ ਹੋ ਸਕਦਾ ਹੈ, ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਰਿਆਦਾ ਸਿਖਾਉਣੀ ਔਰ ਇਹ ਕਹਿ ਦੇਣਾ ਕਿ ਉਹ ਅਗਰ ਇਸ ਸਮਾਗਮ ਦੇ ਵਿੱਚ ਜਾਂਦੇ ਨੇ ਤਾਂ ਉਹਨਾਂ ਸਮਾਗਮਾਂ ਦੇ ਵਿੱਚ ਵੀ ਸ਼ਾਮਿਲ ਜਿਹੜਾ ਉਹਨਾਂ ਨੂੰ ਹੋਣਾ ਚਾਹੀਦਾ ਹੈ, ਜਿਨ੍ਹਾਂ ਨੇ ਕਹਿ ਸਕਦੇ ਕਿ ਸਿੱਖੀ ਦੇ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ। ਉਹਨਾਂ ਦੇ ਪਰਿਵਾਰਿਕ ਮੈਂਬਰ ਜਦੋਂ ਸੱਦਾ ਦਿੰਦੇ ਨੇ ਤੇ ਅਕਾਲ ਤਖਤ ਦੇ ਜਥੇਦਾਰ ਉਹਨਾਂ ਨੂੰ ਜਿਹੜਾ ਉਹਨਾਂ ਦੇ ਸਮਾਗਮਾਂ 'ਚ ਨਹੀਂ ਪਹੁੰਚਦੇ, ਪਰ ਰਾਘਵ ਚੱਡਾ ਦੀ ਇੱਕ ਜਿਹੜੀ ਹੈ ਉਹਨਾਂ ਦੇ ਰਿੰਗ ਸੈਰਮਨੀ ਦੇ ਵਿੱਚ ਪਹੁੰਚਦੇ ਨੇ ਤੇ ਉਹ ਕਹਿੰਦੇ ਇਸ ਨੂੰ ਲੈ ਕੇ ਮੇਰੀ ਜਿਹੜੀ ਹੈ ਕਿਤੇ ਨਾ ਕਿਤੇ ਮੈਂ ਬਿਆਨ ਜਿਹੜਾ ਹੈ ਇਹ ਦਿੱਤਾ ਹੈ। ਕਿਸ ਤਰ੍ਹਾਂ ਦੇਖਦੇ? ਦੇਖੋ, ਮੈਂ ਜੱਜਵੀਰ ਜੀ ਉਹੀ ਗੱਲ ਕਹਿ ਰਿਹਾ ਕਿ ਸਿੰਘ ਸਾਹਿਬ ਨੂੰ ਉੱਥੇ ਪਹੁੰਚਣਾ, ਕਿਸੇ ਸ਼ਾਦੀ ਸਮਾਰੋਹ ਤੇ ਪਹੁੰਚਣਾ, ਮੈਂ ਨਹੀਂ ਸਮਝਦਾ ਕਿ ਗਲਤ ਹੈ ਕੋਈ। ਲੇਕਿਨ ਇੱਕ ਗਿਆਨੀ, ਇੱਕ ਸਰਵੋੱਚ ਜਗ੍ਹਾ ਤੇ ਬੈਠੇ ਪੰਥ ਦੇ ਗਿਆਨੀ ਹਰਪ੍ਰੀਤ ਸਿੰਘ ਜੀ, ਕੋਈ ਵੀ ਗਿਆਨੀ ਸਿੰਘ ਸਾਹਿਬ ਹੋਣ, ਉਹਨਾਂ ਦੇ ਉੱਪਰ ਕਟਾਕਸ਼ ਕਰਨਾ ਵੀ ਇੱਕ ਵਿਅਕਤੀ ਨੂੰ ਇਸ ਤਰ੍ਹਾਂ ਸਰਵਜਨਿਕ ਤੌਰ ਤੇ ਸ਼ੋਭਾ ਨਹੀਂ ਦਿੰਦਾ। ਕਿਸੇ ਧਰਮ ਦੇ ਉੱਪਰ ਕਟਾਕਸ਼ ਕਰਨਾ, ਉਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਕੁਝ ਹੋਏਗਾ ਮੈਟਰ, ਉਹ ਆਉਣ ਵਾਲੇ ਟਾਈਮ ਤੇ ਸਾਹਮਣੇ ਆ ਜਾਏਗਾ। ਮੈਂ ਨਹੀਂ ਸਮਝਦਾ ਇੱਥੇ ਕੋਈ ਰਾਜਨੀਤੀ ਕਰਨੀ ਚਾਹੀਦੀ ਹੈ, ਰਾਜਨੀਤਿਕ ਵਿਸ਼ੇ ਨਹੀਂ ਹੈ, ਧਰਮ ਦਾ ਮਸਲਾ ਹੈ। ਬਾਕੀ ਕਿਸੇ ਸ਼ਾਦੀ ਸਮਾਰੋਹ ਤੇ ਜਾਣਾ, ਕਿਸੇ ਜਗ੍ਹਾ ਤੇ ਜਾਣਾ, ਇੱਕ ਨਿੱਜੀ ਵਿਚਾਰ ਵੀ ਹੋ ਸਕਦੇ ਨੇ। ਵਰੁਣ ਜੀ, ਜਿਸ ਢੰਗ ਦੇ ਨਾਲ ਸਾਰੇ ਹੀ ਪਾਰਟੀਆਂ ਇਹਦਾ ਵਿਰੋਧ ਕਰ ਰਹੀਆਂ ਨੇ ਔਰ ਇਹ ਕਹਿ ਰਹੀਆਂ ਨੇ ਕਿ ਇਹ ਨਿੱਜੀ ਬਿਆਨ ਹੋ ਸਕਦਾ ਹੈ, ਪਰ ਚਰਚਾ ਜਿਹੜੀ ਹੈ ਉਹ ਕਿਤੇ ਨਾ ਕਿਤੇ ਛਿੜੀ ਹੋਈ ਹੈ ਔਰ ਜਿਹੜੇ ਵਿਰਸਾ ਸਿੰਘ ਵਲਟੋਹਾ ਨੇ ਉਹ ਵੀ ਬਾਰ-ਬਾਰ ਇਹ ਕਹਿ ਰਹੇ ਨੇ ਕਿ ਮੇਰੇ ਮਨਾਂ ਨੂੰ ਬਹੁਤ ਠੇਸ ਪਹੁੰਚੀ ਹੈ ਜਿਸ ਢੰਗ ਦੇ ਨਾਲ ਅਕਾਲ ਤਖਤ ਦੇ ਜਥੇਦਾਰ ਜਦੋਂ ਤੇ ਸ਼ਾਮਿਲ ਹੁੰਦੇ ਨੇ ਔਰ ਪੂਰੀ ਮਰਿਆਦਾ ਜਿਹੜੀ ਹੈ ਉਹ ਨਹੀਂ ਦਿੱਤੀ ਗਈ। ਉਹਨਾਂ ਦੀ ਗੱਡੀ ਵੀ ਬਾਹਰ ਰੋਕ ਦਿੱਤੀ ਗਈ, ਉਹਨਾਂ ਨੂੰ ਗੱਡੀ ਤੋਂ ਉਤਾਰ ਕੇ ਅੰਦਰ ਜਾਣਾ ਪਿਆ ਔਰ ਉੱਥੇ ਜਾ ਕੇ ਸੋਫਿਆਂ ਦੇ ਉੱਤੇ ਬੈਠ ਕੇ ਉਹਨਾਂ ਨੂੰ ਉਹ ਸਮਾਗਮ ਦੇਖਣਾ ਪਿਆ। ਨਵੀਂ ਪ੍ਰਥਾ ਜਿਹੜੀ ਆ ਉਹ ਕਹਿੰਦੇ ਨੇ ਕਿ ਉੱਥੇ ਸ਼ੁਰੂ ਕੀਤੀ ਗਈ, ਜਿਹਦੇ ਕਰਕੇ ਮੇਰੇ ਮਨ ਨੂੰ ਠੇਸ ਪਹੁੰਚੀ। ਪਹਿਲੇ ਟਵੀਟ ਕੀਤਾ ਗਿਆ, ਉਸ ਤੋਂ ਬਾਅਦ ਨਿੱਜੀ ਚੈਨਲ ਨੂੰ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ। ਇਹ ਕਹਿ ਦਿੱਤਾ ਗਿਆ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਸਮਾਗਮ 'ਚ ਸ਼ਾਮਿਲ ਨਹੀਂ ਹੋਣਾ ਚਾਹੀਦਾ ਸੀਗਾ ਔਰ ਜੇ ਅਗਰ ਸ਼ਾਮਿਲ ਹੋਏ ਨੇ ਤਾਂ ਉਹਨਾਂ ਨੂੰ ਮਰਿਆਦਾ ਦਾ ਜਿਹੜਾ ਖਿਆਲ ਰੱਖਣਾ ਚਾਹੀਦਾ। ਤੁਸੀਂ ਸਮਝਦੇ ਹੋ ਕਿ ਇੱਕ ਅਕਾਲ ਤਖਤ, ਇੱਕ ਸੰਸਥਾ ਦੇ ਮੁਖੀ ਨੂੰ ਜਿਹੜੀ ਸਲਾਹ ਦੇਣੀ, ਇੱਕ ਮਸ਼ਵਰਾ ਦੇਣਾ ਕਿ ਤੁਸੀਂ ਜਿਹੜਾ ਇਹ ਮਰਿਆਦਾ ਦਾ ਜਿਹੜਾ ਘਾਣ ਕਰ ਰਹੇ ਹੋ ਜਾਂ ਮਰਿਆਦਾ ਦਾ ਖਿਆਲ ਤੁਹਾਡੇ ਵੱਲੋਂ ਨਹੀਂ ਰੱਖਿਆ ਗਿਆ, ਕਿ ਸਮਝਦੇ ਹੋ ਇਹ ਜਿਹੜਾ ਬਿਆਨ ਉਹਨਾਂ ਨੂੰ ਦੇਣਾ ਚਾਹੀਦਾ ਸੀਗਾ ਔਰ ਅਗਰ ਇਹ ਦਿੱਤਾ ਵੀ ਹੈ ਤਾਂ ਕਿਸੇ ਹੋਰ ਢੰਗ ਦੇ ਨਾਲ ਆਪਣਾ ਜਿਹੜਾ ਅਗਰ ਇਤਰਾਜ਼ ਸੀਗਾ ਤਾਂ ਜਿਤਲਾ ਸਕਦੇ ਸੀ, ਪਰ ਇਸ ਢੰਗ ਦੇ ਨਾਲ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਔਰ ਚੈਨਲ ਤੇ ਬੈਠ ਕੇ ਉਹਨਾਂ ਵੱਲੋਂ ਜਿਹੜੀ ਇਸ ਬਿਆਨ ਦੀ ਜਿਹੜੀ ਨਿਖੇਧੀ ਕੀਤੀ ਗਈ ਹੈ, ਇਸ ਨੂੰ ਕੀ ਕਹਿਣਾ ਚਾਹੋਗੇ ਇਸ ਤੇ? ਸਰ ਦੇਖੋ, ਮੈਂ ਤੁਹਾਨੂੰ ਜੱਜਵੀਰ ਜੀ ਪਹਿਲਾਂ ਵੀ ਦੱਸ ਚੁੱਕਾ ਕਿ ਸਿੱਧੇ ਤੌਰ ਤੇ ਜਿਹੜਾ ਸਾਡੇ ਸਿੰਘ ਸਾਹਿਬ ਜਥੇਦਾਰ ਸਾਹਿਬ ਦੀ ਜਿਹੜੀ ਉੱਚੀ ਪਦਵੀ ਆ, ਜਿਹੜੀ ਉਹਨਾਂ ਦਾ ਮਤਲਬ ਦਰਜਾ ਜਿਹੜਾ ਉਹਨਾਂ ਦਾ, ਉਹਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਲੇਕਿਨ ਜਿਹੜੀਆਂ ਦੂਜੀਆਂ ਪਾਰਟੀਆਂ ਜਿਹੜੀ ਗੱਲ ਨਹੀਂ ਕਹਿ ਰਹੀਆਂ, ਮੈਂ ਉਹ ਇੱਕ ਸਟੈਪ ਅੱਗੇ ਵੱਧ ਕੇ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਿਰਫ ਤੇ ਸਿਰਫ ਉਹਦੇ ਪਿੱਛੇ ਇੱਕ ਵੱਡਾ ਕਾਰਨ, ਇੱਕ ਤਾਂ ਜਥੇਦਾਰ ਸਾਹਿਬ ਦਾ ਜਿਹੜਾ ਕੱਦ ਛੋਟਾ ਕਰਨ ਦੀ, ਮਤਲਬ ਉਹਨਾਂ ਦੀ ਉਹ ਉੱਚੀ ਪਦਵੀ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼, ਔਰ ਉਹਦੇ ਨਾਲ ਨਾਲ ਜਿਹੜਾ ਇੱਕ ਲੋਕਾਂ ਦੇ ਅੱਗੇ ਆਮ ਆਦਮੀ ਪਾਰਟੀ ਨੂੰ ਸਿੱਖ ਵਿਰੋਧੀ ਔਰ ਮਰਿਆਦਾ ਦਾ ਉਲੰਘਣ ਕਰਨ ਵਾਲੀ ਪਾਰਟੀ ਜਿਹੜਾ ਜਾਂ ਸਾਡੇ ਲੀਡਰਾਂ ਦੀ ਇਮੇਜ ਖਰਾਬ ਕਰਨ ਨੂੰ ਲੈ ਕੇ ਇਹ ਕੋਸ਼ਿਸ਼ ਕੀਤੀ ਗਈ ਆ। ਲੇਕਿਨ ਅੱਜ ਪੰਜਾਬ ਦੇ ਲੋਕ ਭਲੀ ਭਾਂਤ ਜਾਣੂ ਆ, ਉਹੋ ਹੀ ਅਕਾਲੀ ਦਲ ਜਿਹਨੂੰ ਬਿਲੋਂਗ ਕਰਦੇ ਆ, ਵਿਰਸਾ ਸਿੰਘ ਵਲਟੋਹਾ, ਕੀ ਕੁਝ ਕਿਹਾ ਇਹਨਾਂ ਨੇ ਜਲੰਧਰ ਇਲੈਕਸ਼ਨ 'ਚ। ਅਜੇ 4 ਦਿਨ ਪਹਿਲਾਂ ਇਲੈਕਸ਼ਨ ਹੋ ਕੇ ਹਟੀ ਆ, ਲੋਕ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣ ਵਾਲੇ। ਲੋਕ ਆਪਣਾ ਧਰਮ, ਆਪਣੇ ਧਰਮ ਦੇ ਪੱਕੇ ਨੇ ਲੋਕ, ਧਰਮ ਔਰ ਸਿਆਸਤ ਨੂੰ ਅਲੱਗ-ਅਲੱਗ ਰੱਖਦੇ ਨੇ। ਸੋ ਇਹ ਜਿਹੜਾ ਧਰਮ ਤੇ ਸਿਆਸਤ ਨੂੰ ਰਲੇਵਾਂ ਕਰਨ ਵਾਲੀ ਅਕਾਲੀ ਦਲ ਦੀ ਸਿਆਸਤ ਆ ਔਰ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਿਆਸਤ ਆ, ਇਹ ਹੁਣ ਜ਼ਿਆਦਾ ਦੇਰ ਨਹੀਂ ਚੱਲਣ ਵਾਲੀ। ਵਰੁਣ ਰਾਣਾ ਜੀ, ਵਿਰਸਾ ਸਿੰਘ ਵਲਟੋਹਾ ਦਾ ਇਹ ਕਹਿਣਾ ਹੈ ਕਿ ਮੇਰਾ ਇਤਰਾਜ਼ ਜਿਹੜਾ ਇਸ ਗੱਲ ਦਾ ਵੀ ਸੀ ਕਿ ਜਿਹੜਾ ਰਾਘਵ ਚੱਡਾ, ਜਿਨ੍ਹਾਂ ਵੱਲੋਂ ਕਿ ਇਹ ਕਹਿ ਦਿੱਤਾ, ਉਹਨਾਂ ਵੱਲੋਂ ਕਹਿ ਦਿੱਤਾ ਗਿਆ ਕਿ ਰਾਘਵ ਚੱਡਾ ਨੇ NSA ਲਾ ਕੇ ਕਈ ਨੌਜਵਾਨਾਂ ਦੀ ਜ਼ਿੰਦਗੀ ਤਬਾਹ ਕੀਤੀ ਹੈ ਔਰ ਸਿੱਖੀ ਦੇ ਨਾਲ ਜਿਹੜਾ ਇਸ ਨੂੰ ਜੋੜ ਕੇ ਦੇਖਿਆ ਜਾ ਰਿਹਾ। ਉਹ ਕਹਿ ਰਹੇ ਕਿ ਅਗਰ ਇਸ ਢੰਗ ਦੇ ਨਾਲ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣਾ ਸੀ ਤਾਂ ਜਥੇਦਾਰ ਸਾਹਿਬ ਜਿਹੜੇ ਨੇ ਉਹ ਗੱਲ ਵੀ ਕਰ ਸਕਦੇ ਸੀ, ਪਰ ਜਦੋਂ ਸ਼ਾਮਿਲ ਹੋਏ ਨੇ ਉਹ ਕਹਿੰਦੇ ਕਿ ਇਸ ਸਮਾਗਮ ਦੇ ਵਿੱਚ ਸ਼ਾਮਿਲ ਹੋਣਾ ਉਹਨਾਂ ਨੂੰ ਇਸ ਗੱਲ ਦੀ ਠੇਸ ਪਹੁੰਚੀ ਹੈ ਕਿਉਂਕਿ ਜਿਹੜੇ ਲੋਕਾਂ ਨੇ NSA ਲਾ ਕੇ ਨੌਜਵਾਨਾਂ ਨੂੰ ਜਿਹੜਾ ਹੈ ਉਹਨਾਂ ਨੌਜਵਾਨਾਂ ਨੂੰ ਜਿਹੜੇ ਕਿ ਬੇਗੁਨਾਹ ਸੀਗੇ ਤੇ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕੀਤਾ ਹੈ, ਸਿੱਖੀ ਦਾ ਘਾਣ ਕੀਤਾ ਹੈ ਔਰ ਜਿਸ ਢੰਗ ਦੇ ਨਾਲ ਉਹਨਾਂ ਨੂੰ ਜੇਲ੍ਹਾਂ 'ਚ ਬੰਦ ਕਰਕੇ ਉਹਨਾਂ ਦੇ ਪਰਚੇ ਦੇ ਦਿੱਤੇ ਨੇ ਤੇ ਇਸ ਗੱਲ ਦੀ ਉਹਨਾਂ ਨੇ ਵਿਰੋਧਤਾ ਵੀ ਜਿਹੜੀ ਹੈ ਉਹ ਵੀ ਕੀਤੀ ਹੈ। ਉਹ ਕਹਿੰਦੇ ਇਸ ਗੱਲ ਦਾ ਮੈਂ ਵਿਰੋਧ ਕਰ ਰਿਹਾ ਕਿ ਐਸੇ ਸਮਾਗਮ ਦੇ ਵਿੱਚ ਸ਼ਾਮਿਲ ਹੋਣ ਤੋਂ ਪਹਿਲੇ ਜਥੇਦਾਰ ਨੂੰ ਜਿਹੜਾ ਸੋਚ ਲੈਣਾ ਚਾਹੀਦਾ। ਇਹਦੇ ਵਿੱਚੋਂ ਦੋ ਗੱਲਾਂ ਨਿਕਲਦੀਆਂ ਜੱਜਵੀਰ ਜੀ। ਇਹਨਾਂ ਦੋ ਗੱਲਾਂ ਦਾ ਜਵਾਬ ਪਹਿਲਾਂ ਵਿਰਸਾ ਸਿੰਘ ਵਲਟੋਹਾ ਨੂੰ ਦੇਣਾ ਚਾਹੀਦਾ ਕਿ ਪਹਿਲਾਂ ਜਿਹੜਾ ਉਹਨਾਂ ਕਿਹਾ ਕਿ ਗੱਲ ਕਰ ਲੈਣੀ ਚਾਹੀਦੀ ਸੀ,
ਮਤਲਬ ਉਹ ਇਹ ਕਹਿਣਾ ਚਾਹੁੰਦੇ ਆ ਕਿ ਕੋਈ ਵੀ ਜਿਹੜਾ ਕੰਮ ਆ ਜਥੇਦਾਰ ਸਾਹਿਬ ਨੇ ਕਰਨਾ ਉਹ ਅਕਾਲੀ ਦਲ ਤੋਂ ਪੁੱਛ ਕੇ ਕਰਦੇ ਆ। ਕਰਦੇ ਤਾਂ ਚਲੋ ਹੋਣਗੇ, ਇਹ ਗੱਲ ਮੈਂ ਵੀ ਮੰਨਦਾ ਕਿ ਅੱਜ ਤੱਕ ਜਿਹੜਾ ਉਹ ਅਕਾਲੀ ਦਲ ਦੇ ਪ੍ਰਭਾਵ ਤੋਂ ਬਾਹਰ ਨਹੀਂ ਆ ਸਕੀਆਂ ਇਹ ਚੀਜ਼ਾਂ, ਲੇਕਿਨ ਮਤਲਬ ਪਬਲਿਕਲੀ ਉਹ ਕਹਿਣਾ ਚਾਹੁੰਦੇ ਆ ਕਿ ਕੁਝ ਵੀ ਜਿਹੜੀ ਐਕਟੀਵਿਟੀ ਆ ਜਥੇਦਾਰ ਸਾਹਿਬ ਦੀ ਜਾਂ ਸ਼੍ਰੋਮਣੀ ਕਮੇਟੀ ਦੀ ਉਹ ਅਕਾਲੀ ਦਲ ਨੂੰ ਪੁੱਛ ਕੇ ਕਰਿਆ ਕਰਨ। ਔਰ ਦੋਸਤੋ ਦੂਜੀ ਗੱਲ ਜਿਹੜੀ ਤੁਸੀਂ ਜੱਜਵੀਰ ਜੀ ਕਹੀ ਕਿ ਨੌਜਵਾਨਾਂ ਉੱਤੇ ਐਨਐਸਏ ਲਾਤਾ ਰਾਘਵ ਚੱਡਾ ਨੇ, ਹੁਣ ਇਹ ਗੱਲ ਦੱਸਣ ਵਲਟੋਹਾ ਜੀ ਕਿ ਜਿਨ੍ਹਾਂ ਉੱਤੇ ਐਨਐਸਏ ਲੱਗਾ ਕਿ ਉਹਨਾਂ ਦੀਆਂ ਗਤੀਵਿਧੀਆਂ ਦਾ ਸਮਰਥਨ ਕਰਦਾ ਅਕਾਲੀ ਦਲ? ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਲੈ ਕੇ ਥਾਣਿਆਂ ਉੱਤੇ ਜਾ ਕੇ ਹਮਲਾ ਕਰਨ ਨੂੰ ਆਪਣੀ ਢਾਲ ਬਣਾ ਕੇ ਉਹਦਾ ਸਮਰਥਨ ਕਰਦਾ, ਜਾਂ ਲੋਕਾਂ ਨੂੰ ਭੜਕਾਉਣ ਦਾ ਸਮਰਥਨ ਕਰਦਾ, ਜਾਂ ਲੋਕਾਂ ਦੇ ਬੱਚਿਆਂ ਦੇ ਹੱਥਾਂ 'ਚ ਹਥਿਆਰ ਦੇਣ ਦਾ ਸਮਰਥਨ ਕਰਦਾ? ਐਨਐਸਏ ਕਿਸੇ ਐਵੇਂ ਘੈਵੇਂ ਦੇ ਉੱਤੇ ਨਹੀਂ ਲਗਾਤਾ ਕਿ ਫੜ ਕੇ ਕਿਸੇ ਆਮ ਘਰ ਦੇ ਕਿਸੇ ਇੱਕ ਨੌਜਵਾਨ ਦੇ ਉੱਤੇ ਐਨਐਸਏ ਲਗਾਤਾ। ਐਨਐਸਏ ਉਹਨਾਂ ਉੱਤੇ ਲਗਾਇਆ ਜਿਹੜਾ ਮਤਲਬ ਹੀ ਨੈਸ਼ਨਲ ਸਿਕਿਉਰਿਟੀ ਦੇ ਨਾਲ, ਜਿਹੜਾ ਸਾਡੀ ਰਾਸ਼ਟਰੀ ਸੁਰੱਖਿਆ ਦੇ ਨਾਲ, ਆਮ ਲੋਕਾਂ ਦੀ ਸੁਰੱਖਿਆ ਦੇ ਨਾਲ ਖਿਲਵਾੜ ਕਰਨ ਵਾਲੇ ਲੋਕ ਆ, ਉਹਨਾਂ ਉੱਤੇ ਐਨਐਸਏ ਲਗਾਇਆ ਗਿਆ। ਜੇ ਇਹ ਗੱਲ ਕਹਿੰਦੇ ਆ ਵਲਟੋਹਾ ਜੀ ਤਾਂ ਉਹ ਪਬਲਿਕਲੀ ਇਹ ਗੱਲ ਆ ਕੇ ਕਹਿ ਦੇਣ ਕਿ ਜਿਨ੍ਹਾਂ ਉੱਤੇ ਐਨਐਸਏ ਲੱਗਾ ਉਹਨਾਂ ਦੀ ਗਤੀਵਿਧੀਆਂ ਦਾ ਅਕਾਲੀ ਦਲ ਸਮਰਥਨ ਕਰਦਾ। ਇਹ ਦੋਗਲੀ ਰਾਜਨੀਤੀ ਕਰਦੇ ਆ। ਜਿੰਨੀ ਦੇਰ ਆਮ ਆਦਮੀ ਪਾਰਟੀ ਨੇ ਉਹਨਾਂ ਵੱਖਵਾਦੀ ਜਿਹੜੇ ਸਮਾਜ ਨੂੰ ਗੁੰਮਰਾਹ ਕਰਨ ਵਾਲੇ ਜਿਹੜੇ ਲੋਕ ਸੀ ਅੰਮ੍ਰਿਤਪਾਲ ਵਰਗੇ, ਜਿੰਨੀ ਦੇਰ ਉਹਨਾਂ ਉੱਤੇ ਕਾਰਵਾਈ ਨਹੀਂ ਹੋ ਰਹੀ ਸੀ, ਇਹ ਲੋਕ ਕਹਿੰਦੇ ਜੀ ਕਾਰਵਾਈ ਕਿਉਂ ਨਹੀਂ ਕਰ ਰਹੀ, ਸਰਕਾਰ ਕਮਜ਼ੋਰੀ ਦਿਖਾ ਰਹੀ ਆ। ਜਦੋਂ ਸਰਦਾਰ ਭਗਵੰਤ ਸਿੰਘ ਮਾਨ ਨੇ ਇੱਕ ਸੁਲਝੇ ਹੋਏ ਨੇਤਾ, ਇੱਕ ਵਧੀਆ ਦਲੇਰ ਮੁੱਖ ਮੰਤਰੀ ਦੇ ਤੌਰ ਤੇ ਉਹਨਾਂ ਉੱਤੇ ਕਾਰਵਾਈ ਕੀਤੀ ਆ, ਹੁਣ ਇਹ ਦੂਜੇ ਪਾਸੇ ਤੁਰ ਪਿਆ ਜੀ ਐਨਐਸਏ ਕਿਉਂ ਲਗਾਤਾ। ਮਤਲਬ ਇਹ ਸਿਰਫ ਤੇ ਸਿਰਫ ਦੋਗਲੀ ਰਾਜਨੀਤੀ ਔਰ ਸਿਆਸਤ ਕਰਕੇ ਅੱਜ ਇਹ ਆਪਣਾ ਪੱਧਰ ਦੇਖ ਲੈਣ। ਜਿਹੜੀ ਇੱਕ ਪਾਰਟੀ ਜਿਹੜੀ ਪੰਜਾਬ ਦੇ ਮਤਲਬ ਏਡੀ ਵੱਡੀ ਪਾਰਟੀ ਸੀ, ਅੱਜ ਉਹ ਸੁੰਗੜ ਕੇ 3 ਸੀਟਾਂ ਦੇ ਉੱਤੇ ਆ ਗਈ ਆ। ਅੱਜ ਉਹ ਚੌਥੇ ਨੰਬਰ ਤੇ ਆ ਗਈ ਆ। ਬੀਜੇਪੀ ਤੀਸਰੇ ਨੰਬਰ ਤੇ ਆ ਗਈ ਔਰ ਅਕਾਲੀ ਦਲ ਚੌਥੇ ਨੰਬਰ ਤੇ ਆ ਗਈ। ਸੋ ਇਹ ਜਿਹੜੀ ਪਾਰਟੀ ਆ ਇਹ ਆਪਣਾ ਪੱਧਰ ਦਿਨੋਂ ਦਿਨ ਗਵਾ ਰਹੀ ਆ ਔਰ ਆਪਣੀ ਗਵਾਚੀ ਹੋਈ ਉਹ ਜ਼ਮੀਨ ਨੂੰ ਤਲਾਸ਼ਣ ਵਾਸਤੇ ਇਹ ਸਾਰੇ ਹੱਥਕੰਡੇ ਅਪਣਾ ਰਹੇ ਨੇ। ਪਰ ਵਰੁਣ ਜੀ, ਇਸ ਬਿਆਨ ਨੂੰ ਲੈ ਕੇ ਜਦੋਂ ਇੱਕ ਜਿਹੜਾ ਚਰਚਾ ਦਾ ਜਿਹੜਾ ਇੱਕ ਵਿਸ਼ਾ ਛਿੜ ਚੁੱਕਿਆ ਸੀਗਾ, ਜੰਗ ਕਹਿ ਸਕਦੇ ਹਾਂ ਛਿੜ ਚੁੱਕੀ ਸੀ, ਪਰ ਹੁਣ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਅਕਾਲੀ ਦਲ ਆਪਣੀ ਜ਼ਮੀਨੀ ਜਿਹੜੀ ਇੱਕ ਗਰਾਊਂਡ ਹੈ ਜਿਹੜੀ ਉਹਨੂੰ ਖੋਦਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਤੀਸਰੇ ਸਥਾਨ ਤੇ ਪਹੁੰਚ ਗਈ ਉਹ ਪਾਰਟੀ ਜਿਹੜੀ ਕਿ ਆਜ਼ਾਦੀ ਦੇ ਵੇਲੇ ਇੱਕ ਰੈਵੋਲੂਸ਼ਨ ਲੈ ਕੇ ਆਈ ਸੀ। ਉਹ ਪਾਰਟੀ ਜਿਹੜੀ ਸਿੱਖੀ ਨੂੰ ਸਿੱਖੀ ਨੂੰ ਪ੍ਰੋਟੈਕਟ ਕਰਦੀ ਸੀ, ਉਹ ਸਿੱਖਾਂ ਦੀ ਗੱਲ ਕਰਦੀ ਸੀ ਔਰ ਸਿੱਖਾਂ ਦੀ ਨੁਮਾਇੰਦਗੀ ਕਰਨ ਵਾਲੀ ਉਹ ਪਾਰਟੀ ਅੱਜ ਤੀਸਰੇ ਸਥਾਨ ਤੇ ਸੀ। ਪਰ ਜਿਸ ਢੰਗ ਦੇ ਨਾਲ ਹੁਣ ਜਿਹੜੀ ਅਕਾਲੀ ਦਲ ਦੇ ਜਿਹੜੇ ਸਟੈਂਡ ਨੇ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਐਨਐਸਏ ਨੂੰ ਲੈ ਕੇ ਜਦੋਂ ਉਹਨਾਂ ਵੱਲੋਂ ਇਹ ਕਹਿ ਦਿੱਤਾ ਗਿਆ ਕਿ ਐਨਐਸਏ ਮੁੰਡਿਆਂ ਨੂੰ ਅੰਦਰ ਕਰ ਦਿੱਤਾ ਗਿਆ, ਉਹਨਾਂ ਦਾ ਜਿਹੜਾ ਉਹਨਾਂ ਦਾ ਕਿ ਇੱਕ ਵਾਰੀ ਸੋਚਣਾ ਚਾਹੀਦਾ ਸੀ ਕਿ ਉਹ ਜਿਹੜੇ ਬੇਨਵਾ ਜਿਹੜੇ ਬੇਜ਼ੁਬਾਨ ਸੀਗੇ ਜਿਹਨਾਂ ਨਾਲ ਨਹੀਂ ਸੀ ਨਾਲ ਉਹਨਾਂ ਦੇ ਵੀ ਪਰਚਾ ਲਾਤਾ ਹੈ ਕਿ ਬਾਅਦ ਵਿੱਚ ਛੱਡ ਵੀ ਦਿੱਤਾ ਗਿਆ। ਦੇ ਨਾਲ ਹੁਣ ਇਹ ਬਿਆਨ ਜਿਹੜਾ ਹੈ ਇੱਕ ਇਹਦਾ ਪਿੱਛੇ ਮਕਸਦ ਕਿ ਇਸ ਬਿਆਨ ਦੇ ਨਾਲ ਜਾਂ ਸਪੋਰਟ ਲਗਾਉਂਦੇ ਜਿਹੜੇ ਉਹ ਮੰਨੇ ਜਾਣ। ਦੇਖੋ ਜੱਜਵੀਰ ਜੀ, ਅਕਾਲੀ ਦਲ ਉਹ ਅਕਾਲੀ ਦਲ ਨਹੀਂ ਰਹਿ ਗਿਆ ਜਿਹੜਾ ਮਾਸਟਰ ਤਾਰਾ ਸਿੰਘ ਜੀ ਦੇ ਵੇਲੇ ਦਾ ਅਕਾਲੀ ਦਲ ਸੀ, ਜਿਹੜਾ ਵੱਡੇ ਵੱਡੇ ਸਿੱਖ ਵਿਦਵਾਨਾਂ ਦੇ ਵੇਲੇ ਦਾ ਅਕਾਲੀ ਦਲ ਸੀ। ਅੱਜ ਅਕਾਲੀ ਦਲ ਜਿਹੜਾ ਉਹ ਸਿਰਫ ਤੇ ਸਿਰਫ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਿਆ, ਬਾਦਲਾਂ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਿਆ। ਇਹ ਗੱਲ ਜਾਂਦੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਜੀ ਸਾਡੇ ਉਹ ਨੇਤਾ ਜਿਹੜੇ ਇੰਨੇ ਪੰਜਾਬ ਦੇ ਮਤਲਬ ਇੱਕ ਰਿਸਪੈਕਟੇਬਲ ਨੇਤਾ ਸੀ, ਉਹ ਆਖਰੀ ਇਲੈਕਸ਼ਨ ਹਾਰ ਗਏ ਆਪਣੀ। ਉਹ ਕਿਹਨਾਂ ਦੀਆਂ ਕਰਤੂਤਾਂ ਦੀ ਵਜ੍ਹਾ ਨਾਲ ਹਾਰ ਗਏ? ਆ ਜਿਹੜੇ ਬਿਆਨ ਦੇਣ ਵਾਲੇ ਲੀਡਰ ਆ ਜਾਂ ਜਿਹੜੇ ਥੱਲੇ ਲੀਡਰ ਤੁਰੇ ਫਿਰਦੇ ਆ, ਇਹਨਾਂ ਦੀਆਂ ਕਰਤੂਤਾਂ ਦੀ ਵਜ੍ਹਾ ਨਾਲ ਹਾਰ ਗਏ। ਮਤਲਬ ਅਕਾਲੀ ਦਲ ਹੁਣ ਸਿੱਖੀ ਨਾਲ ਜੁੜਿਆ ਅਕਾਲੀ ਦਲ ਨਹੀਂ ਰਹਿ ਗਿਆ, ਜ਼ਮੀਨੀ ਜੁੜਿਆ ਅਕਾਲੀ ਦਲ ਨਹੀਂ ਰਹਿ ਗਿਆ। ਅਕਾਲੀ ਦਲ ਸਿਰਫ ਤੇ ਸਿਰਫ ਬਾਦਲਾਂ ਦੀ ਲਿਮਟਿਡ ਕੰਪਨੀ ਬਣ ਕੇ ਰਹਿ ਗਿਆ। ਔਰ ਜਿੱਦਾਂ ਮਾਨ ਸਾਹਿਬ ਨੇ ਕਿਹਾ ਸੀ ਕਿ 1920 ਚ ਬਣਿਆ ਅਕਾਲੀ ਦਲ ਜਿਹੜਾ 2019 ਚ ਆ ਕੇ ਖਤਮ ਹੋ ਗਿਆ। ਅੱਜ ਅਕਾਲੀ ਦਲ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਪੰਜਾਬ ਦੇ ਨਕਸ਼ੇ ਦੇ ਉੱਤੋਂ, ਪੰਜਾਬ ਦੇ ਹਾਸ਼ੀਏ ਤੋਂ ਖਤਮ ਹੋਣ ਦੀ ਕਗਾਰ ਤੇ ਪਹੁੰਚ ਗਿਆ। ਇਸ ਤਰ੍ਹਾਂ ਦੇ ਜਿਹੜੇ ਦੇਖ ਕੇ ਉਹ ਸਿਆਸਤ ਕਰਨਾ ਤੁਸੀਂ ਸਿੱਧੇ ਤੌਰ ਤੇ ਕੀ ਕਹਿ ਰਹੇ ਹੋ? ਸੋ ਜੱਜਬੀਰ ਜੀ, ਤੁਹਾਡੀ ਆਵਾਜ਼ ਨਹੀਂ ਸਹੀ ਆ ਰਹੀ ਸਰ, ਕੋਈ ਨੈਟਵਰਕ ਦਾ ਇਸ਼ੂ ਆ ਮੇਬੀ। ਵਰੁਣ ਜੀ, ਮੈਂ ਰਿਪੀਟ ਕਰ ਰਿਹਾ ਕਿ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਅਕਾਲੀ ਦਲ ਕੋ ਕੋਈ ਮੁੱਦਾ ਨਹੀਂ ਰਿਹਾ ਤੇ ਹੁਣ ਅਦਾਲਤ ਤੇ ਸਿਆਸੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਬਿਲਕੁਲ ਜੀ, ਬਿਲਕੁਲ ਇਹ 100% ਸਹੀ ਆ ਕਿ ਹੁਣ ਜਿਹੜਾ ਉਹ ਬੁਖਲਾਏ ਹੋਏ ਆ ਅਕਾਲੀ ਦਲ ਦੇ। ਹਾਂ ਬਿਲਕੁਲ, ਅਕਾਲੀ ਦਲ ਬੁਖਲਾਇਆ ਹੋਇਆ, ਇਸੇ ਕਰਕੇ ਉਹਨਾਂ ਕੋਲ ਕੋਈ ਮੁੱਦਾ ਨਹੀਂ ਆ। ਔਰ ਇਹ ਜਿਹੜੇ ਬੇਵਜ੍ਹਾ ਦੇ ਮੁੱਦੇ ਆ, ਇਹ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਮੁੱਦੇ ਆ, ਇਹ ਅਕਾਲੀ ਦਲ ਨੂੰ ਛੱਡ ਦੇਣੇ ਚਾਹੀਦੇ ਆ। ਜੇ ਪੰਜਾਬ 'ਚ ਦੁਬਾਰਾ ਰਿਵਾਈਵ ਕਰਨਾ ਤੇ ਲੋਕਾਂ ਦੀ ਗੱਲ ਕਰਨੀ ਚਾਹੀਦੀ ਆ, ਮਸਲਿਆਂ ਦੀ ਗੱਲ ਕਰਨੀ ਚਾਹੀਦੀ ਆ, ਨਾ ਕਿ ਧਰਮ ਦੇ ਨਾਂ ਤੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਰਨੀ ਚਾਹੀਦੀ ਹੈ।
ਕਿ ਸਾਹਿਬ ਜਿਸ ਤਰ੍ਹਾਂ ਤੁਸੀਂ ਸਾਰੀ ਗੱਲ ਨੂੰ ਸਮਝਿਆ, ਹੁਣ ਜਾਂਦੀ ਵਾਰ ਅਖੀਰ ਤੇ ਤੁਹਾਡੇ ਸਾਰਿਆਂ ਦੇ ਰਿਐਕਸ਼ਨ ਲੈ ਲਾਂਗਾ। ਤੁਸੀਂ ਸਾਰੀ ਗੱਲ ਸਮਝੀ, ਸਾਰੀ ਗੱਲ ਤੁਸੀਂ ਦੇਖਿਆ, ਅਲੱਗ-ਅਲੱਗ ਪ੍ਰਤੀਕਿਰਿਆ ਵੱਖ-ਵੱਖ ਨੇ ਤੇ ਕੀ ਕਾਂਗਰਸ ਪਾਰਟੀ ਹੈ ਉਹ ਇਹ ਕਹਿੰਦੀ ਨਜ਼ਰ ਆਈ ਕਿ ਉਹ ਇਸ ਬਿਆਨ ਦੀ ਜਿਹੜੀ ਹੈ ਕਿਤੇ ਨਾ ਕਿਤੇ ਇਸ ਨਾਲ ਇਤਫਾਕ ਨਹੀਂ ਸਕਦੇ, ਇਹ ਜੀ ਬਿਆਨ ਹੋ ਸਕਦਾ ਹੈ। ਤੇ ਜਿਸ ਢੰਗ ਦੇ ਨਾਲ ਹੁਣ ਵਿਰਸਾ ਸਿੰਘ ਬਲਟੋਹਾ ਜਿਹੜੇ ਨੇ ਉਹ ਆਪਣੇ ਬਿਆਨ ਤੇ ਅੜੇ ਹੋਏ ਨੇ, ਇਹ ਕਹਿ ਰਹੇ ਨੇ ਕਿ ਇਸ ਬਿਆਨ ਦੇ ਮਕਸਦ ਇਹ ਸੀਗਾ ਕਿ ਜਿਸ ਢੰਗ ਦੇ ਨਾਲ ਇੱਕ ਨਵੀਂ ਪ੍ਰਥਾ ਜਿਹੜੀ ਹੈ ਉਹ ਸ਼ੁਰੂ ਕੀਤੀ ਗਈ, ਜਿਸ ਨੂੰ ਲੈ ਕੇ ਉਹਨਾਂ ਦੇ ਮਨ ਨੂੰ ਠੇਸ ਪਹੁੰਚੀ ਗਈ ਔਰ ਉਸ ਨੂੰ ਲੈ ਕੇ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ। ਬਾਸਾ ਸਾਹਿਬ ਮੇਰਾ ਸਵਾਲ ਹੈ, ਸਿੱਧਾ ਸਵਾਲ ਹੈ ਕਿ ਕੀ ਲੱਗਦਾ ਹੈ ਕਿ ਅਕਾਲੀ ਦਲ ਜਿਹੜੀ ਹੈ ਐਸੇ ਬਿਆਨਾਂ ਦੇ ਆਧਾਰ ਉੱਤੇ ਸਿਆਸਤ ਕਰੇਗੀ ਜਾਂ ਫਿਰ ਕਿਸੇ ਹੋਰ ਨਾਲ ਸਿਆਸਤ ਕਰਨ ਦਾ ਉਹਨਾਂ ਦਾ ਸੀਗਾ? ਕਿਉਂਕਿ ਜਿਸ ਤਰ੍ਹਾਂ ਇਹ ਬਿਆਨ ਦਿੱਤਾ ਗਿਆ, ਇਸ ਬਿਆਨ ਦੇ ਕਈ ਮਾਇਨੇ ਨਿਕਲਦੇ ਨੇ, ਪਰ ਤੁਸੀਂ ਸਮਝੋ ਇਸ ਬਿਆਨ ਨੂੰ। ਬਾਸਾ ਸਾਹਿਬ ਮੇਰੀ ਆਵਾਜ਼ ਆ ਰਹੀ ਹੈ ਤੁਹਾਡੇ ਤੱਕ? ਹਾਂਜੀ ਹੁਣ ਆਈ ਜੀ। ਜੀ ਗੜਵੀਰ ਜੀ, ਵਿਰਸਾ ਸਿੰਘ ਬਲਟੋਹਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਚੈਲੰਜ ਕੀਤਾ ਹੈ, ਜਿਹੜਾ ਕਿ ਸਿੱਖ ਧਰਮ ਦੇ ਅਨੁਸਾਰ ਇਹ ਬਹੁਤ ਵੱਡਾ ਅਪਰਾਧ ਹੈ। ਅਕਾਲ ਤਖਤ ਦੇ ਜਥੇਦਾਰ ਨੂੰ ਚੈਲੰਜ ਕਰਨਾ ਆਪਣੇ ਆਪ ਨੂੰ ਏਡਾ ਵੱਡਾ ਅਪਰਾਧੀ ਹਰ ਸਿੱਖ ਮੰਨਦਾ ਰਿਹਾ ਕਿ ਜਿਹਨੂੰ ਵੀ ਅਕਾਲ ਤਖਤ ਤੇ ਮੁੜ ਕੇ ਸਜ਼ਾ ਲੱਗੀ, ਹੁਕਮਨਾਮਾ ਸੁਣਾਇਆ ਗਿਆ, ਉਹਨੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਕੀਤੀ। ਮੈਂ ਸਮਝਦਾ ਵਿਰਸਾ ਸਿੰਘ ਬਲਟੋਹਾ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਨੂੰ ਚੈਲੰਜ ਕਰਕੇ ਇੱਕ ਬਹੁਤ ਵੱਡਾ ਗੁਨਾਹ ਕੀਤਾ ਹੈ। ਉਸ ਨੂੰ ਵਿਰਸਾ ਸਿੰਘ ਬਲਟੋਹਾ ਨੂੰ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਪਛਤਾਪ ਕਰਨਾ ਚਾਹੀਦਾ ਹੈ ਔਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੋਲੋਂ ਮਾਫੀ ਮੰਗਣੀ ਚਾਹੀਦੀ ਆ। ਇਹ ਕਿਹੋ ਜਿਹੀਆਂ ਗੱਲਾਂ ਕਰਦੇ ਨੇ ਕਿ ਉੱਥੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੋਫੇ ਤੇ ਬੈਠ ਕੇ ਕੀਰਤਨ ਸਰਵਣ ਕੀਤਾ, ਫਿਰ ਅੰਮ੍ਰਿਤਪਾਲ ਸਿੰਘ ਨੂੰ ਅਕਾਲ ਤਖਤ ਦਾ ਜਥੇਦਾਰ ਬਣਾ ਦੇਣ, ਜਿਸ ਨੇ ਜਲੰਧਰ ਮਾਡਲ ਟਾਊਨ ਗੁਰਦੁਆਰੇ ਦੇ ਵਿੱਚ ਕੁਰਸੀਆਂ ਤੋੜ ਦਿੱਤੀਆਂ, ਮੇਜ਼ ਤੋੜ ਦਿੱਤੇ, ਗੁਰਦੁਆਰਾ ਸਾਹਿਬ ਦਾ ਨੁਕਸਾਨ ਕੀਤਾ। ਫਿਰ ਉਹਨੂੰ ਚਾਹੁੰਦੇ ਨੇ ਕਿ ਅੰਮ੍ਰਿਤਪਾਲ ਸਿੰਘ ਨੂੰ ਅਕਾਲ ਤਖਤ ਦਾ ਫਿਰ ਜਥੇਦਾਰ ਬਣਾ ਦੇਣ। ਜੇ ਸਿੱਖ ਮਰਿਆਦਾ ਦੇ ਅਨੁਸਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਆਪਣੀ ਸੋਚ ਅਨੁਸਾਰ ਉਹ ਨਿੱਜੀ ਸਮਾਗਮ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਇਹ ਵਿਰਸਾ ਸਿੰਘ ਬਲਟੋਹਾ ਆਪਣੇ ਪੀੜੀ ਥੱਲੇ ਝਾਤੀ ਮਾਰੇ ਕਿ ਅਕਾਲੀ ਦਲ ਨੇ ਕਿਹੜੀਆਂ ਬਦਤਮੀਜੀ ਗੱਲਾਂ ਕੀਤੀਆਂ, ਜਿਹੜੀਆਂ ਸਿੱਖ ਕੌਮ ਨੇ ਮਾਫ ਨਹੀਂ ਕੀਤੀਆਂ ਔਰ ਨਾ ਹੀ ਇਹਨਾਂ ਨੂੰ ਮਾਫ ਕਰਨਗੇ। ਜਿਸ ਤਰ੍ਹਾਂ ਇਹਨਾਂ ਦੇ ਰਾਜ ਦੇ ਵੇਲੇ ਪੰਥਕ ਸਰਕਾਰ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ, ਜਿਸ ਤਰ੍ਹਾਂ ਰਾਮ ਰਹੀਮ ਨੂੰ ਚੋਲਾ ਭੇਜ ਕੇ ਉਹਨੂੰ ਮਾਫ ਕਰ ਦਿੱਤਾ ਗਿਆ, ਇੱਕ ਨਾ ਉਹਨੇ ਮਾਫੀ ਮੰਗੀ, ਨਾ ਅਕਾਲ ਤਖਤ ਦੇ ਜਥੇਦਾਰ ਕੋਲੋਂ ਗਿਆਨੀ ਗੁਰਬਚਨ ਸਿੰਘ ਕੋਲੋਂ ਇਹਨਾਂ ਨੇ ਮਾਫ ਕਰਵਾ ਦਿੱਤਾ। ਫਿਰ 90,000 ਦੇ ਇਸ਼ਤਿਹਾਰ ਅਖਬਾਰਾਂ ਨੂੰ ਦਿੱਤੇ, ਇਹ ਸਿੱਧ ਕਰਨ ਵਾਸਤੇ ਕਿ ਅਕਾਲ ਤਖਤ ਦੇ ਜਥੇਦਾਰ ਨੇ ਗਿਆਨੀ ਗੁਰਬਚਨ ਸਿੰਘ ਨੇ ਜਿਹੜਾ ਫੈਸਲਾ ਕੀਤਾ ਹੈ ਉਹ ਦਰੁਸਤ ਕੀਤਾ ਹੈ। ਇਹਨਾਂ ਨੇ ਸਿੱਖ ਪੰਥ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ, ਪਰ ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਹੀਂ ਆਉਣ ਵਾਲੇ। ਹੁਣ ਸਿੱਖ ਖਾਸ ਕਰਕੇ ਪੰਜਾਬ ਦੇ ਵਿੱਚ ਅਕਾਲੀ ਦਲ ਨੂੰ ਕਦੇ ਵੀ ਮੂੰਹ ਨਹੀਂ ਲਾਉਣਗੇ। ਇਹਨਾਂ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ, ਜਿਹੜਾ ਕਿ ਅਤ ਨਿੰਦਣਯੋਗ ਹੈ। ਮੈਂ ਬਾਸਾ ਸਾਹਿਬ ਮੇਰਾ ਸਵਾਲ ਹੈ, ਬਾਸਾ ਸਾਹਿਬ ਮੇਰਾ ਅਖੀਰ ਸਵਾਲ ਹੈ ਤੁਹਾਡੇ ਨਾਲ ਜੀ। ਬਾਸਾ ਸਾਹਿਬ ਮੇਰਾ ਅਖੀਰ ਦਾ ਸਵਾਲ ਹੈ ਕਿ ਅਕਾਲ ਤਖਤ ਦੇ ਜਥੇਦਾਰ, ਕਿਉਂਕਿ ਅਕਾਲ ਤਖਤ ਦਾ ਜਥੇਦਾਰ ਕੇਵਲ ਪੂਰੀ ਜਿਹੜੀ ਹੈ ਸਿੱਖੀ ਕੌਮ ਨੂੰ ਜਿਹੜਾ ਹੈ ਉਹਦੀ ਨੁਮਾਇੰਦਗੀ ਕਰਦੇ ਨੇ, ਬੜਾ ਉੱਚ ਸਥਾਨ ਹੈ ਜਿਸ ਦੇ ਉਹ ਮੁਖੀ ਨੇ ਔਰ ਇੱਕ ਜਥੇਦਾਰ ਨੇ, ਬੜੇ ਪੂਜਨੀय ਨੇ। ਹਰ ਇੱਕ ਜਿਹੜੀ ਹੈ ਸਿੱਖ ਜਿਹੜਾ ਹੈ ਉਹਨਾਂ ਦਾ ਜਿਹੜਾ ਆਦੇਸ਼ ਹੈ ਬੜੀ ਜਿਹੜੀ ਸ਼ਰਧਾ ਪੂਰਵਕ ਜਿਹੜਾ ਉਹਨਾਂ ਦਾ ਮੰਨਦਾ ਹੈ। ਪਰ ਜਿਸ ਢੰਗ ਦੇ ਨਾਲ ਹੁਣ ਇਹ ਸਵਾਲ ਖੜੇ ਕੀਤੇ ਗਏ, ਅਗਰ ਕੋਈ ਹੋਰ ਵਿਅਕਤੀ ਇਸ ਤਰ੍ਹਾਂ ਦੇ ਸਵਾਲ ਖੜੇ ਕਰਦਾ ਤਾਂ ਉਹ ਕਹਿ ਦਿੱਤਾ ਜਾਂਦਾ ਹੈ ਕਿ ਜਿਹੜਾ ਇਹ ਸਿੱਖੀ ਦੇ ਉਲਟ ਜਿਹੜਾ ਜਾ ਕੇ ਇਹ ਅਕਾਲ ਤਖਤ ਦੇ ਜਥੇਦਾਰ ਦੇ ਸਵਾਲ ਖੜੇ ਕੀਤੇ ਜਾਂਦੇ ਨੇ। ਪਰ ਜਿਸ ਢੰਗ ਦੇ ਨਾਲ ਹੁਣ ਵਿਰਸਾ ਸਿੰਘ ਬਲਟੋਹਾ ਨੇ ਇਹ ਜਿਹੜੇ ਸਵਾਲ ਖੜੇ ਕੀਤੇ ਨੇ, ਕਿ ਲੱਗਦਾ ਸਿੱਧੇ ਤੌਰ ਦੇ ਉੱਤੇ ਕਹੀਏ ਤਾਂ ਅਕਾਲ ਤਖਤ ਦੇ ਜਥੇਦਾਰ ਨੂੰ ਜਿਹੜੇ ਨੇ ਉਹਨਾਂ ਦੀ ਮੁਖਾਲਫਤ ਕੀਤੀ ਹੈ, ਕਿਉਂਕਿ ਅਗਰ ਕੋਈ ਹੋਰ ਵਿਅਕਤੀ ਕਰਦਾ ਹੈ ਤਾਂ ਉਸ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਸਿੱਖੀ ਦੇ ਵਿਰੁੱਧ ਹੈ। ਪਰ ਹੁਣ ਜਿਸ ਤਰ੍ਹਾਂ ਦੇ ਨਾਲ ਵਿਰਸਾ ਸਿੰਘ ਬਲਟੋਹਾ ਵੱਲੋਂ ਦੂਸਰੀ ਵਾਰ ਜਿਹੜੇ ਨੇ ਅਕਾਲ ਤਖਤ ਦੇ ਜਥੇਦਾਰ ਦੇ ਵਿਰੁੱਧ ਜਿਹੜਾ ਇਹ ਬਿਆਨ ਦਿੱਤਾ ਗਿਆ, ਤੇ ਕੀ ਲੱਗਦਾ ਇਹ ਕਿਸੇ ਹੋਰ ਤਰੀਕੇ ਦੇ ਨਾਲ ਜਾਂ ਹੋਰ ਨਜ਼ਰੀਏ ਦੇ ਨਾਲ ਦੇਖਿਆ ਜਾ ਸਕਦਾ ਹੈ? ਜਿਹੜੇ ਲੋਕ ਕਹਿੰਦੇ ਨੇ ਕਿ ਵਿਰਸਾ ਸਿੰਘ ਬਲਟੋਹਾ ਦਾ ਨਿੱਜੀ ਬਿਆਨ ਆ, ਜੇ ਨਿੱਜੀ ਬਿਆਨ ਆ ਤੇ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਬਾਦਲ ਕਿਉਂ ਨਹੀਂ ਬੋਲਿਆ? ਜਿਹੜਾ ਅਕਾਲੀ ਦਲ ਦਾ ਜਨਰਲ ਸਕੱਤਰ ਆਪਣੇ ਮਾਝੇ ਦਾ ਜਰਨੈਲ ਅਖਵਾਉਣ ਵਾਲਾ ਸਰਦਾਰ ਬਿਕਰਮ ਸਿੰਘ ਮਜੀਠੀਆ ਕਿਉਂ ਨਹੀਂ ਬੋਲਿਆ? ਇਹ ਕਿਉਂ ਚੁੱਪ ਕਰਕੇ ਬੈਠੇ ਨੇ? ਕਿਉਂ ਮੂੰਹ ਦੇ ਵਿੱਚ ਘੁੰਗਣੀਆਂ ਪਾ ਲਈਆਂ ਨੇ ਕਿ ਜਿਹੜਾ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਦਾ ਹੋਵੇ ਬੰਦਾ
ਤੇ ਇਹ ਚੁੱਪ ਕਰਕੇ ਬੈਠ ਜਾਣ। ਇਹ ਤੇ ਸਿੱਖ ਇਤਿਹਾਸ ਦੇ ਵਿੱਚ ਕਦੇ ਲਿਖਿਆ ਹੀ ਨਹੀਂ ਕਿ ਅਕਾਲ ਤਖਤ ਦੇ ਜਥੇਦਾਰ ਨੂੰ ਚੈਲੰਜ ਕਰਨ ਵਾਲੇ ਨੂੰ ਕਦੇ ਵੀ ਸਿੱਖ ਕੌਮ ਨੇ ਮਾਫ ਨਹੀਂ ਕੀਤਾ। ਇਹ ਮਤ ਸੋਚਣ ਕਿ ਅਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਆਪਣਾ ਗੁਲਾਮ ਬਣਾ ਕੇ ਤੇ ਆਪਣੇ ਅਨੁਸਾਰ ਚਲਾਵਾਂਗੇ। ਮੈਂ ਫਿਰ ਦੁਬਾਰਾ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਹ ਵਧਾਈ ਦੇਣੀ ਚਾਹੁੰਦਾ ਹੈ ਕਿ ਉਹਨਾਂ ਅਕਾਲ ਤਖਤ ਦੇ ਜਥੇਦਾਰ ਜਿਹੜੇ ਪਿੱਛੇ ਰਹੇ, ਜਿਹੜੇ ਇਹਨਾਂ ਦੀ ਗੁਲਾਮੀ ਸਹਿਣ ਕਰਦੇ ਰਹੇ, ਉਸ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਆਪਣੀ ਇੰਡੀਪੈਂਡੈਂਟ ਸੋਚ ਦੇ ਨਾਲ ਉਹ ਇੱਕ ਨਿੱਜੀ ਸਮਾਗਮ ਦੇ ਵਿੱਚ ਸ਼ਾਮਲ ਹੋਏ ਨੇ। ਮੈਂ ਵਾਰ-ਵਾਰ ਉਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਹੈ। ਬਿਲਕੁਲ ਗੌਰਵ ਭੰਡਾਰੀ ਜੀ, ਲਾਸਟ ਸਵਾਲ ਤੁਹਾਡੇ ਨਾਲ ਵੀ ਹੈ ਕਿ ਜਿਸ ਢੰਗ ਨਾਲ ਤੁਸੀਂ ਚਰਚਾ ਪੂਰੀ ਤੁਸੀਂ ਸੁਣੀ ਹੈ ਔਰ ਵੱਖ-ਵੱਖ ਇਸ ਬਿਆਨ ਦੀ ਜਿਹੜੀ ਨਿੰਦਾ ਵੀ ਅਲੱਗ-ਅਲੱਗ ਪਾਰਟੀਆਂ ਵੱਲੋਂ ਕੀਤੀ ਗਈ ਕਿ ਬੀਜੇਪੀ ਜਿਹੜੀ ਹੈ ਉਹ ਇਸ ਬਿਆਨ ਨੂੰ ਕਿਸ ਤਰ੍ਹਾਂ ਦੇਖਦੀ, ਕਿਉਂਕਿ ਪਹਿਲੇ ਵੀ ਤੁਸੀਂ ਦੱਸ ਚੁੱਕੇ ਹੋ ਕਿ ਇਹ ਉਹਨਾਂ ਦਾ ਨਿੱਜੀ ਬਿਆਨ ਹੋ ਸਕਦਾ। ਸਾਰੀਆਂ ਪਾਰਟੀਆਂ ਲਗਾਤਾਰ ਇਹ ਕਹਿ ਰਹੀਆਂ ਕਿ ਨਿੱਜੀ ਬਿਆਨ ਹੋ ਸਕਦਾ ਹੈ, ਪਰ ਇਸ ਢੰਗ ਦੇ ਨਾਲ ਇੱਕ ਸੱਤਾ ਦੇ ਮੁਖੀ ਦੇ ਉੱਤੇ ਸਵਾਲ ਖੜੇ ਕਰ ਲੈਣਾ ਕਿੰਨਾ ਕੁ ਵਾਜਿਬ ਸਮਝਦੇ ਹੋ? ਕਿਉਂਕਿ ਅਗਰ ਕੋਈ ਹੋਰ ਵਿਅਕਤੀ ਇਸ ਤੇ ਸਵਾਲ ਖੜੇ ਕਰਦਾ ਤਾਂ ਉਹ ਇਹ ਕਹਿ ਦਿੱਤਾ ਜਾਂਦਾ ਹੈ ਬਾਰ-ਬਾਰ ਕਿ ਉਹ ਸਿੱਖੀ ਦੇ ਖਿਲਾਫ ਹੈ, ਸਿੱਖੀ ਦੇ ਉਲਟ ਹੈ। ਕੋਈ ਵੀ ਜਥੇਦਾਰ ਨੂੰ ਸਿੱਧੇ ਤੌਰ ਦੇ ਉੱਤੇ ਸਵਾਲ ਨਹੀਂ ਕਰ ਸਕਦਾ, ਕਿਉਂਕਿ ਉਹ ਇੱਕ ਸੰਸਥਾ ਦੇ ਮੁਖੀ ਨਹੀਂ, ਪੂਰੀ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਨੇ ਔਰ ਇੱਕ ਪੂਜਨੀय ਸਥਾਨ ਦੇ ਉੱਤੇ ਬੈਠੇ ਨੇ ਜਿੱਥੇ ਸਿੱਖਾਂ ਨੂੰ ਆਦੇਸ਼ ਜਾਰੀ ਕੀਤਾ ਜਾਂਦਾ। ਪਰ ਹੁਣ ਵਿਰਸਾ ਸਿੰਘ ਵਲਟੋਹਾ ਦੇ ਇਸ ਬਿਆਨ ਨੂੰ ਲੈ ਕੇ ਜਿਹੜੇ ਸਵਾਲ ਖੜੇ ਹੋ ਰਹੇ ਨੇ ਤੇ ਇਹ ਜਿਹੜਾ ਹੈ ਬਾਰ-ਬਾਰ ਇੱਕ ਸਵਾਲ ਜਿਹੜਾ ਉੱਠ ਰਿਹਾ ਕਿ ਕੋਈ ਵੀ ਵਿਅਕਤੀ ਕੀ ਇਸ ਤਰ੍ਹਾਂ ਦੇ ਨਾਲ ਜਥੇਦਾਰ ਦੇ ਉੱਤੇ ਜਿਹੜਾ ਸਵਾਲ ਖੜੇ ਕਰ ਸਕਦਾ ਹੈ। ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਮੈਂ ਸਮਝਦਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਜਜਵੀਰ ਜੀ ਕਿ ਐਡੀ ਵੱਡੀ ਸੰਸਥਾ, ਆਵਾਜ਼ ਆ ਰਹੀ ਹੈ ਜੀ? ਬਿਲਕੁਲ ਬੋਲੋ ਜੀ ਜਜਵੀਰ ਜੀ। ਇਸ ਤਰ੍ਹਾਂ ਹੈ ਕਿ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲ ਤਖਤ ਦੇ ਜਥੇਦਾਰ, ਐਡੀ ਵੱਡੀ ਸਿੱਖ ਕੌਮ ਦੀ ਨੁਮਾਇੰਦਗੀ ਕਰਨ ਵਾਲੇ, ਉਹਨਾਂ ਦੇ ਉੱਪਰ ਇੱਕ ਵਿਅਕਤੀ ਦਾ ਇਸ ਤਰ੍ਹਾਂ ਕਟਾਕਸ਼ ਕਰਨਾ ਕਿਸੇ ਨਿੱਜੀ ਕਾਰਜਕ੍ਰਮ 'ਚ ਜਾਣ ਬਾਰੇ, ਤੇ ਮੈਂ ਸਮਝਦਾ, ਮੈਂ ਉਹਦੀ ਨਿੰਦਾ ਕਰਦਾ ਕਿ ਵਿਰਸਾ ਸਿੰਘ ਵਲਟੋਹਾ ਦਾ ਨਿੱਜੀ ਬਿਆਨ ਮੈਂ ਇਸ ਕਰਕੇ ਕਿਹਾ ਕਿਉਂਕਿ ਉਹ ਨਿੱਜੀ ਸੋਚ ਹੋ ਸਕਦੀ ਹੈ ਉਸ ਬੰਦੇ ਦੀ, ਜੇ ਉਹਦੀ ਧਾਰਮਿਕ ਭਾਵਨਾ ਨੂੰ ਕੋਈ ਠੇਸ ਵੀ ਪਹੁੰਚੀ ਹੈ ਤੇ ਸਿੱਖ ਬੁੱਧੀਜੀਵੀ ਹੈ, ਹੋਰ ਵੀ ਹੈ, ਅਸੀਂ ਹੋਰ ਵੀ ਤਰੀਕੇ ਦੇ ਨਾਲ ਉਸ ਕਿਸੇ ਹੋਰ ਮਾਧਿਅਮ ਰਾਹੀਂ ਵੀ ਆਪਾਂ ਉਹਨੂੰ ਜ਼ਾਹਿਰ ਕਰ ਸਕਦੇ ਸੀ, ਨਾ ਕਿ ਸੋਸ਼ਲ ਮੀਡੀਆ ਤੇ ਜਾਣਾ ਔਰ ਆਪਣੇ ਆਪ ਦਾ ਪ੍ਰਚਾਰ ਕਰਵਾਉਣਾ ਔਰ ਆਪਣੇ ਆਪ ਨੂੰ ਹਾਈਲਾਈਟ ਕਰਵਾਉਣਾ। ਮੈਂ ਸਮਝਦਾ ਉਹਦੇ ਬਹੁਤ ਨਿੰਦੀ ਮੈਂ ਪਹਿਲਾਂ ਵੀ ਕਹਿ ਚੁੱਕਾ ਜੀ। ਬਿਲਕੁਲ, ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਇਸ ਚਰਚਾ ਦੇ ਵਿੱਚ ਜੁੜਨ ਦੇ ਲਈ। ਜਿਵੇਂ ਕਿ ਤੁਸੀਂ ਦੇਖਿਆ ਕਿ ਵਿਰਸਾ ਸਿੰਘ ਵਲਟੋਹਾ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ, ਉਹਨਾਂ ਵੱਲੋਂ ਜਿਹੜਾ ਹੈ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਸਵਾਲ ਚੁੱਕੇ ਗਏ ਸੀਗੇ ਔਰ ਉਸ ਸਵਾਲਾਂ ਦੇ ਜਵਾਬ ਦੇ ਵਿੱਚ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਜਿਹੜਾ ਹੈ ਉਸ ਬਿਆਨ ਦੀ ਨਿੰਦਾ ਕੀਤੀ ਹੈ ਔਰ ਇਹ ਕਿਹਾ ਕਿ ਇਹ ਉਹਨਾਂ ਦਾ ਨਿੱਜੀ ਸੋਚ ਤੇ ਨਿੱਜੀ ਬਿਆਨ ਹੋ ਸਕਦਾ ਹੈ। ਪਰ ਜਿਸ ਢੰਗ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਇਹ ਬਿਆਨ ਜਿਹੜਾ ਹੈ ਇਹ ਕਿਤੇ ਨਾ ਕਿਤੇ ਅਕਾਲ ਤਖਤ ਦੇ ਜਥੇਦਾਰ ਦੀ ਕਹਿ ਸਕਦੇ ਕਿ ਉਹਨਾਂ ਦੇ ਉੱਤੇ ਸਵਾਲ ਚੁੱਕਣਾ ਸਿੱਧੇ ਤੌਰ ਦੇ ਉੱਤੇ ਜਿਹੜਾ ਠੀਕ ਨਹੀਂ ਸੀਗਾ ਔਰ ਉਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਔਰ ਜਿਸ ਢੰਗ ਦੇ ਨਾਲ ਪ੍ਰਤੀਕਿਰਿਆ ਦਿੱਤੀ ਹੈ ਉਹਦੇ ਵਿੱਚ ਇਹ ਸਾਫ਼ ਹੋ ਜਾਂਦਾ ਹੈ ਕਿ ਇਹ ਜਿਹੜਾ ਬਿਆਨ ਸੀਗਾ ਇਹ ਉਹਨਾਂ ਦਾ ਨਿੱਜੀ ਬਿਆਨ ਹੋ ਸਕਦਾ ਹੈ। ਹਾਲਾਂਕਿ ਅਕਾਲੀ ਦਲ ਵੱਲੋਂ ਇਸ ਦੀ ਹਾਲੇ ਤੱਕ ਕੋਈ ਵੀ ਪੁਸ਼ਟੀ ਜਾਂ ਕਿਸੇ ਤਰ੍ਹਾਂ ਦਾ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ, ਪਰ ਜਿਸ ਢੰਗ ਦੇ ਨਾਲ ਹੁਣ ਇਸ ਬਿਆਨ ਨੂੰ ਲੈ ਕੇ ਜਿਹੜੀ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਨਵੀਂ ਜੰਗ ਜਿਹੜੀ ਹੈ ਉਹ ਛਿੜੀ ਹੋਈ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਇੱਕ ਮੰਗਣੀ ਸਮਾਗਮ ਦੇ ਵਿੱਚ ਪਹੁੰਚਣਾ ਔਰ ਉਹ ਮੰਗਣੀ ਸਮਾਗਮ ਜਿਹੜਾ ਸੀਗਾ ਉਹ ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਡਾ ਦੀ ਮੰਗਣੀ ਸਮਾਗਮ ਸੀਗਾ, ਜਿਸ ਵਿੱਚ ਅਕਾਲ ਤਖਤ ਦੇ ਜਥੇਦਾਰ ਪਹੁੰਚੇ ਸਨ ਤੇ ਉਸ ਨੂੰ ਲੈ ਕੇ ਵਿਰਸਾ ਸਿੰਘ ਵਲਟੋਹਾ ਨੇ ਜਿਹੜੇ ਨੇ ਉਹ ਸਵਾਲ ਚੁੱਕੇ ਸਨ, ਜਿਨ੍ਹਾਂ ਦੇ ਜਵਾਬ ਜਿਹੜੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਜਿਹੜੇ ਨੇ ਇਹ ਕਹਿ ਕੇ ਦਿੱਤਾ ਗਿਆ ਕਿ ਇਹ ਉਹਨਾਂ ਦਾ ਨਿੱਜੀ ਬਿਆਨ ਹੋ ਸਕਦਾ, ਕਿਸੇ ਵੀ ਤਰ੍ਹਾਂ ਦੇ ਨਾਲ ਇਸ ਬਿਆਨ ਦੇ ਨਾਲ ਇਤਫਾਕ ਜਿਹੜੀਆਂ ਨੇ ਵੱਖ-ਵੱਖ ਪਾਰਟੀਆਂ ਨਹੀਂ ਰੱਖਦੀ। ਹਾਲਾਂਕਿ ਅਕਾਲੀ ਦਲ ਵੀ ਉਹਨਾਂ ਦਾ ਵੀ ਕੋਈ ਇਸ ਬਿਆਨ ਦੇ ਨਾਲ ਕੋਈ ਪ੍ਰਤੀਕਿਰਿਆ ਹਾਲੇ ਸਾਹਮਣੇ ਨਹੀਂ ਆਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਬਿਆਨ ਨੂੰ ਨਿੱਜੀ ਬਿਆਨ ਦੱਸਿਆ ਗਿਆ ਔਰ ਇਸ ਬਿਆਨ ਦੀ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਇਹ ਜਿਹੜਾ ਬਿਆਨ ਸੀਗਾ ਇਹ ਅਕਾਲੀ ਦਲ ਦਾ ਬਿਆਨ ਨਹੀਂ, ਇਹ ਵਿਰਸਾ ਸਿੰਘ ਵਲਟੋਹਾ ਦਾ ਜਿਹੜਾ ਨਿੱਜੀ ਬਿਆਨ ਹੋ ਸਕਦਾ ਹੈ। ਬਹੁਤ-ਬਹੁਤ ਧੰਨਵਾਦ ਔਰ ਤੁਸੀਂ ਜੁੜੇ ਰਹੋ ਲਾਈਵ ਹਿੰਦੁਸਤਾਨ ਚਰਚਾ ਦੇ ਵਿੱਚ। ਅਗਲੇ ਐਪੀਸੋਡ ਦੇ ਵਿੱਚ ਫਿਰ ਤੋਂ ਤੁਹਾਡੇ ਨਾਲ ਜੁੜਾਂਗੇ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।